ਤਾਂ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਕਿਵੇਂ ਹੋ ਤੁਸੀਂ ਸਾਰੇ। ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਹਾਜ਼ਰ ਹਾਂ ਜੀ SST ਦੀ ਨਵੀਂ ਕਲਾਸ ਲੈ ਕੇ। ਜਿਵੇਂ ਕਿ ਆਪਾਂ ਲਾਸਟ ਟੌਪਿਕ ਜਿਹੜਾ ਕਵਰ ਕੀਤਾ ਸੀ ਉਹ ਕੀਤਾ ਸੀ ਜੀ ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਹਿਸਟਰੀ ਆਪਣੀ ਸਾਰੀ ਕਵਰ ਹੋ ਚੁੱਕੀ ਹੈ, ਠੀਕ ਹੈ। ਹਿਸਟਰੀ ਦੀਆਂ ਸਾਰੀਆਂ ਕਲਾਸਿਸ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ। ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਸਾਰੀਆਂ ਕਲਾਸਿਸ ਨੂੰ ਜਿਹੜਾ ਚੈੱਕਆਊਟ ਕਰ ਸਕਦੇ ਹੋ। ਜਿਹੜਾ ਅੱਜ ਆਪਾਂ ਟੌਪਿਕ ਕਰਨ ਵਾਲੇ ਹਾਂ ਪੋਲਿਟੀ ਦਾ, ਉਹ ਕਰਨ ਵਾਲੇ ਹਾਂ ਜੀ ਭਾਰਤੀ ਲੋਕਤੰਤਰ ਦਾ ਸਰੂਪ, ਠੀਕ ਹੈ। ਮੌਲਿਕ ਅਧਿਕਾਰ ਵੀ ਆਪਣੇ ਹੋ ਚੁੱਕੇ ਨੇ, ਵਿਸ਼ੇਸ਼ਤਾਵਾਂ ਵੀ ਹੋ ਚੁੱਕੇ ਨੇ। ਅੱਜ ਆਪਾਂ ਕਰਨ ਵਾਲੇ ਆ ਭਾਰਤੀ ਲੋਕਤੰਤਰ ਦਾ ਸਰੂਪ। ਵੈਰੀ ਇੰਪੋਰਟੈਂਟ ਚੈਪਟਰ ਹੈ। 2 ਵਾਰੀ ਐਗਜ਼ਾਮ ਹੋਇਆ, ਦੋਨੋਂ ਵਾਰੀ ਐਗਜ਼ਾਮ ਹੋ ਚੁੱਕਿਆ ਜੀ ETT ਦਾ, ਠੀਕ ਹੈ। ਦੋਨੋਂ ਵਾਰੀ ਜਿਹੜਾ ਇਸ ਚੈਪਟਰ ਦੇ ਵਿੱਚੋਂ ਕੁਐਸਚਨ ਪੁੱਛੇ ਗਏ ਨੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ। ਜਿਹੜਾ ਸਭ ਤੋਂ ਪਹਿਲਾਂ ਥਿਊਰੀ ਕਵਰ ਕਰਾਂਗੇ ਇਸ ਦੀ, ਠੀਕ ਹੈ। ਉਸ ਤੋਂ ਬਾਅਦ ਆਪਾਂ MCQ ਸੋਲਵ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ MCQ ਦੇ ਥਰੂ ਵੀ ਤੁਸੀਂ ਥਿਊਰੀ ਜਿਹੜੀ ਹੈ ਸਹੀ ਤਰੀਕੇ ਨਾਲ ਕਵਰ ਕੀਤੀ ਹੈ ਜਾਂ ਨਹੀਂ, ਤਾਂ ਉਸਨੂੰ 2-3 ਵਾਰੀ ਤੁਸੀਂ ਜਿਹੜਾ ਰਿਵੀਜ਼ਨ ਵੀ ਕਰਨਾ ਹੀ। ਓਕੇ, ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਪਿਛਲੀਆਂ ਕਲਾਸਿਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ, ਤੁਸੀਂ ਜਾ ਕੇ ਜਿਹੜਾ ਦੇਖ ਲੈਣਾ। ਤਾਂ ਸਭ ਤੋਂ ਪਹਿਲਾਂ ਚੈਪਟਰ ਦਾ ਨਾਮ ਲਿਖ ਲਓ ਜੀ, ਭਾਰਤੀ ਲੋਕਤੰਤਰ ਦਾ ਸਰੂਪ। ਹਾਂਜੀ, ਭਾਰਤੀ ਲੋਕਤੰਤਰ ਦਾ ਸਰੂਪ। ਤਾਂ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸੰਵਿਧਾਨ ਅਧੀਨ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਦੀ ਜਿਹੜੀ ਪ੍ਰਸਤਾਵਨਾ ਹੈ ਉਸ ਦੇ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਹੈ? ਭਾਰਤ ਨੂੰ ਪ੍ਰਭੂਤਾਸ਼ਾਲੀ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਲੋਕਤੰਤਰ ਨੂੰ ਅੰਗਰੇਜ਼ੀ ਵਿੱਚ ਡੈਮੋਕ੍ਰੇਸੀ ਕਹਿੰਦੇ ਹਨ। ਸਭ ਤੋਂ ਪਹਿਲਾਂ ਕੁਐਸਚਨ ਆ ਸਕਦਾ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ, ਤਾਂ ਆਪਾਂ ਕਹਾਂਗੇ ਲੋਕਤੰਤਰੀ ਸਰਕਾਰ ਹੈ, ਠੀਕ ਹੈ। ਤੇ ਲੋਕਤੰਤਰੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਾਂਗੇ? ਡੈਮੋਕ੍ਰੇਸੀ। ਕੀ ਕਹਾਂਗੇ? ਡੈਮੋਕ੍ਰੇਸੀ। ਓਕੇ, ਵੈਰੀ ਇੰਪੋਰਟੈਂਟ ਹੈ ਇਹ। ਲੋਕਤੰਤਰੀ ਦਾ ਇੰਗਲਿਸ਼ ਦੇ ਵਿੱਚ ਅਨੁਵਾਦ ਹੈ ਡੈਮੋਕ੍ਰੇਸੀ। ਡੈਮੋਕ੍ਰੇਸੀ ਸ਼ਬਦ ਗ੍ਰੀਕ ਭਾਸ਼ਾ ਦੇ 2 ਸ਼ਬਦਾਂ ਡਿਮੋਸ ਅਤੇ ਕ੍ਰੇਤੀਆ ਤੋਂ ਮਿਲ ਕੇ ਬਣਿਆ ਹੈ। ਗ੍ਰੀਕ ਭਾਸ਼ਾ ਕਿਹੜੀ? ਲਾਤੀਨੀ ਭਾਸ਼ਾ। ਇੰਪੋਰਟੈਂਟ ਹੈ, ਯਾਦ ਰੱਖਿਓ, ਠੀਕ ਹੈ। ਲਾਤੀਨੀ ਭਾਸ਼ਾ ਦੇ 2 ਸ਼ਬਦਾਂ ਡਿਮੋਸ ਅਤੇ ਕ੍ਰੇਤੀਆ ਤੋਂ ਮਿਲ ਕੇ ਬਣਿਆ ਹੈ ਡੈਮੋਕ੍ਰੇਸੀ। ਡਿਮੋਸ ਦਾ ਅਰਥ ਹੈ ਜੀ ਲੋਕ ਅਤੇ ਕ੍ਰੇਤੀਆ ਦਾ ਅਰਥ ਹੈ ਸ਼ਾਸਨ, ਯਾਨੀ ਕਿ ਲੋਕਾਂ ਦਾ ਸ਼ਾਸਨ। ਜੇ ਆਪਾਂ ਸੰਖੇਪ ਦੇ ਵਿੱਚ ਗੱਲ ਕਰੀਏ ਤਾਂ ਲੋਕਤੰਤਰ ਵਿੱਚ ਲੋਕ ਆਪਣੇ ਆਪ 'ਤੇ ਸ਼ਾਸਨ ਕਰਦੇ ਹਨ। ਅਬਰਾਹਮ ਲਿੰਕਨ ਦਾ ਜਿਹੜਾ ਕਥਨ ਹੈ ਕਿ ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੀ ਸ਼ਾਸਨ ਹੁੰਦਾ ਹੈ, ਠੀਕ ਹੈ। ਇੱਥੇ ਤੱਕ ਆਪਾਂ ਨੂੰ ਸਮਝ ਆ ਗਿਆ। ਅੱਗੇ ਆਪਾਂ ਦੇਖਦੇ ਹਾਂ ਕਿ ਲੋਕਤੰਤਰ ਕੋਲ ਹੈਗਾ ਕਿ ਜਿਹੜਾ ਲੋਕਤੰਤਰ ਹੈ ਉਹ ਸੁਤੰਤਰਤਾ, ਸਮਾਨਤਾ, ਭਾਈਚਾਰਾ, ਨਿਆਂਪਾਲਿਕਾ, ਇਹਨਾਂ ਸਾਰਿਆਂ ਦੇ ਸਿਧਾਂਤਾਂ 'ਤੇ ਜਿਹੜਾ ਆਧਾਰਿਤ ਹੈ। ਓਕੇ, ਨੈਕਸਟ ਹੈ ਕਿ ਲੋਕਤੰਤਰ ਦੇ 2 ਪ੍ਰਮੁੱਖ ਰੂਪ ਹਨ। ਵੈਰੀ ਇੰਪੋਰਟੈਂਟ। ਕਿਹੜੇ ਨੇ ਜੀ? ਇੱਕ ਹੈਗਾ ਪ੍ਰਤੱਖ, ਇੱਕ ਹੈਗਾ ਅਪਰਤੱਖ। 2 ਰੂਪ ਨੇ ਜੀ ਲੋਕਤੰਤਰ ਦੇ, ਪ੍ਰਤੱਖ ਅਤੇ ਅਪਰਤੱਖ। ਪ੍ਰਤੱਖ ਲੋਕਤੰਤਰ ਕਿਹੜਾ ਹੁੰਦਾ ਹੈ? ਪ੍ਰਤੱਖ ਲੋਕਤੰਤਰ ਵਿੱਚ ਲੋਕ ਆਪਣੇ ਆਪ 'ਤੇ ਸ਼ਾਸਨ ਕਰਦੇ ਹਨ। ਇਸ ਵਿੱਚ ਜਨਤਾ ਤੇ ਸਰਕਾਰ ਇੱਕੋ ਹੁੰਦੇ ਨੇ, ਠੀਕ ਹੈ। ਜਨਤਾ ਤੇ ਸਰਕਾਰ ਜਿਹੜੀ ਹੈ ਇੱਕੋ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅੰਤਰ ਨਹੀਂ ਹੁੰਦਾ, ਯਾਨੀ ਕਿ ਜਿਹੜੇ ਲੋਕ ਨੇ। ਉਸ ਤੋਂ ਬਾਅਦ ਹੈ ਅਪਰਤੱਖ ਲੋਕਤੰਤਰ। ਤਾਂ ਅਪਰਤੱਖ ਲੋਕਤੰਤਰ ਵਿੱਚ ਲੋਕ ਜਿਹੜੇ ਨੇ ਆਪਣੇ ਪ੍ਰਤੀਨਿਧੀਆਂ ਰਾਹੀਂ ਸ਼ਾਸਨ ਕਰਦੇ ਨੇ, ਠੀਕ ਹੈ। ਸੰਸਾਰ ਦੇ ਸਾਰੇ ਰਾਸ਼ਟਰੀ ਰਾਜਾਂ ਵਿੱਚ ਜਿੱਥੇ ਕਿਤੇ ਵੀ ਲੋਕਤੰਤਰੀ ਸਰਕਾਰ ਦੀ ਸਥਾਪਨਾ ਹੋਈ ਹੈ ਉੱਥੇ ਅਪਰਤੱਖ ਲੋਕਤੰਤਰ ਹੀ ਹੈ। ਅਜਿਹੇ ਲੋਕਤੰਤਰ ਵਿੱਚ ਲੋਕ ਆਪਣੇ ਪ੍ਰਤੀਨਿਧਾਂ ਦੀ ਚੋਣ ਸਮੇਂ-ਸਮੇਂ 'ਤੇ ਕਰਦੇ ਰਹਿੰਦੇ ਹਨ। ਇਹ ਪ੍ਰਤੀਨਿਧ ਲੋਕਾਂ ਲਈ ਕਾਨੂੰਨ ਦਾ ਨਿਰਮਾਣ ਤੇ ਸਰਕਾਰ ਦਾ ਸੰਚਾਲਨ ਕਰਦੇ ਹਨ। ਅਜਿਹੀ ਸਰਕਾਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਹਿੰਦੇ ਨੇ। ਕਿਸ ਨੂੰ? ਅਪਰਤੱਖ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਵੀ ਕਹਿੰਦੇ ਹਨ। ਦੇਖੋ, ਜਿਹੜਾ ਪ੍ਰਤੱਖ ਲੋਕਤੰਤਰ ਹੈ ਉਸ ਦੇ ਵਿੱਚ ਲੋਕ ਤੇ ਸਰਕਾਰ ਇੱਕੋ ਹੁੰਦੇ ਨੇ। ਲੋਕ ਆਪਣੇ ਉੱਪਰ ਹੀ ਸ਼ਾਸਨ ਕਰਦੇ ਨੇ ਤੇ ਆਪਣੇ ਆਪ ਵਿੱਚੋਂ ਹੀ ਵੋਟਾਂ ਪਵਾਉਂਦੇ ਨੇ, ਠੀਕ ਹੈ। ਆਪਣੇ ਆਪ ਵਿੱਚੋਂ ਹੀ ਚੋਣਾਂ ਕਰਦੇ ਨੇ। ਜਿਹੜੇ ਸੈਕਿੰਡ ਨੇ ਅਪਰਤੱਖ, ਉਸ ਦੇ ਵਿੱਚ ਜਿਹੜੇ ਨੇ ਲੋਕ ਜਿਹੜੇ ਨੇ ਪ੍ਰਤੀਨਿਧ ਚੁਣਦੇ ਨੇ, ਜਾਂ ਕਿ ਕੁਛ ਵਿਅਕਤੀਆਂ ਨੂੰ ਚੋਣ ਪਾ ਦਿੰਦੇ ਨੇ, ਫਿਰ ਉਹ ਵਿਅਕਤੀ ਜਿਹੜੀ ਹੈ ਅਗਲੀਆਂ ਚੋਣਾਂ ਚੁਣਦੇ ਨੇ, ਠੀਕ ਹੈ। ਅਗਲੀਆਂ ਚੋਣਾਂ ਵਿੱਚ ਹਿੱਸਾ ਲੈਂਦੇ ਨੇ, ਯਾਨੀ ਕਿ ਜਿਹੜਾ ਸੰਚਾਲਨ ਹੈ ਆਪਣੇ ਪ੍ਰਤੀਨਿਧਾਂ ਦੇ ਦੁਆਰਾ ਕਰਾਉਂਦੇ ਨੇ। ਇਸ ਦੇ ਵਿੱਚ ਲੋਕ ਡਾਇਰੈਕਟ ਕਰਦੇ ਨੇ, ਇਸ ਦੇ ਵਿੱਚ ਇਨਡਾਇਰੈਕਟਲੀ ਕਰਦੇ ਨੇ, ਠੀਕ ਹੈ। ਦੋਨਾਂ 'ਚ ਇਹੀ ਫਰਕ ਹੈ। ਤਾਂ ਜਿਹੜੀ ਅਪਰਤੱਖ ਹੈ ਉਸਨੂੰ ਆਪਾਂ ਪ੍ਰਤੀਨਿਧ ਲੋਕਤੰਤਰੀ ਸਰਕਾਰ ਕਹਾਂਗੇ। ਉਸ ਤੋਂ ਬਾਅਦ ਹੈ ਲੋਕਤੰਤਰ ਦੀ ਸਫਲਤਾ ਦੇ ਲਈ ਸ਼ਰਤਾਂ। ਦੇਖੋ, ਲੋਕਤੰਤਰ ਐ ਨਹੀਂ ਹੈਗਾ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖੀਏ ਤੇ ਲੋਕਤੰਤਰੀ ਸਰਕਾਰ ਬਣ ਜੇ, ਨਹੀਂ। ਇਸ ਦੇ ਲਈ ਵੀ ਕੁਛ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਠੀਕ ਹੈ। ਲੋਕਾਂ ਦੇ ਲਈ ਜਿਹੜਾ ਲੋਕਾਂ ਦਾ ਸ਼ਾਸਨ ਹੈ ਉਸ ਦੇ ਵੀ ਕੁਛ ਤਰੀਕੇ ਹੁੰਦੇ ਨੇ, ਠੀਕ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਉੱਤਮ ਸਮਝੀ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਸੰਸਾਰ ਨੇ ਬਹੁਤੇ ਦੇਸ਼ਾਂ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਹੈ। ਲੋਕਤੰਤਰ ਸਰਕਾਰ ਜਿਹੜੀ ਹੈ ਬਹੁਤ ਹੀ ਜ਼ਿਆਦਾ ਹਰਮਨ ਪਿਆਰੀ ਬਣ ਚੁੱਕੀ ਹੈ। ਇਸ ਦੇ ਲਈ ਵਿਸ਼ੇਸ਼ ਪ੍ਰਕਾਰ ਦੇ ਵਾਤਾਵਰਣ, ਪਰਿਸਥਿਤੀਆਂ, ਉੱਚ ਕੋਟि ਦੇ ਨੇਤਾ ਹੋ ਗਏ, ਠੀਕ ਹੈ, ਤੇ ਸੁਲਝੇ ਹੋਏ ਨਾਗਰਿਕ, ਯਾਨੀ ਕਿ ਜਿਨ੍ਹਾਂ ਨੂੰ ਆਪਣੇ ਹੱਕਾਂ ਬਾਰੇ, ਆਪਣੇ ਅਧਿਕਾਰਾਂ ਬਾਰੇ ਪਤਾ ਹੋਵੇ, ਉਹਨਾਂ ਦਾ ਹੋਣਾ ਜਿਹੜਾ ਜ਼ਿਆਦਾ ਜ਼ਰੂਰੀ ਹੈ। ਲੋਕਤੰਤਰ ਦੀ ਸਫਲਤਾ ਦੇ ਲਈ ਹਰੇਕ ਨਾਗਰਿਕ ਇੱਕ ਚੰਗੇ ਆਚਰਣ ਵਾਲਾ ਹੋਵੇ, ਸਮਝਦਾਰ ਹੋਵੇ, ਜ਼ਿੰਮੇਦਾਰ ਹੋਵੇ, ਤਾਂ ਜਿਹੜੀ ਹੈ ਜ਼ਿਆਦਾ ਵਧੀਆ ਸਰਕਾਰ ਜਿਹੜੀ ਹੈ ਚਲਾਈ ਜਾ ਸਕਦੀ ਹੈ। ਓਕੇ, ਤਾਂ ਇਸ ਦੇ ਬਾਰੇ ਇਹ ਦੱਸਿਆ ਗਿਆ ਹੈ। ਉਸ ਤੋਂ ਬਾਅਦ ਹੈ ਕਿ ਭਾਰਤੀ ਲੋਕਤੰਤਰ ਸਰੂਪ ਦੀਆਂ ਵਿਸ਼ੇਸ਼ਤਾਵਾਂ, ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਲੋਕਤੰਤਰੀ ਸਰੂਪ ਹੈ ਜਿਹੜਾ ਸਥਾਪਿਤ ਹੋਇਆ ਹੈ, ਜਾਂ ਕਿਸ ਤਰ੍ਹਾਂ ਦੀ ਲੋਕਤੰਤਰੀ ਸਰਕਾਰ ਜਿਹੜੀ ਹੈ ਉਹ ਚੱਲਦੀ ਹੈ।
ਤਾਂ ਜਿਵੇਂ ਕਿ ਸੰਵਿਧਾਨ ਦੇ ਵਿੱਚ ਜਿਹੜਾ ਹੈ ਭਾਰਤ ਨੂੰ ਪ੍ਰਭੂਤਾਸ਼ਾਲੀ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਸਿਧਾਂਤਾਂ ਦੇ ਅਨੁਸਾਰ ਕਈ ਵਿਵਸਥਾਵਾਂ ਸੰਵਿਧਾਨ ਵਿੱਚ ਕੀਤੀਆਂ ਗਈਆਂ ਹਨ। ਉਹਨਾਂ ਵਿਵਸਥਾਵਾਂ ਨੇ ਹੀ ਭਾਰਤੀ ਸ਼ਾਸਨ ਵਿਵਸਥਾ ਯਾਨੀ ਕਿ ਇੰਡੀਅਨ ਪੋਲਿਟੀ ਨੂੰ ਲੋਕਤੰਤਰੀ ਰੂਪ ਦਿੱਤਾ ਹੈ। ਇਸ ਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਨੇ? ਪਹਿਲਾ ਹੈਗਾ ਜੀ ਲੋਕਤੰਤਰੀ ਸੰਵਿਧਾਨ। ਭਾਰਤ ਵਿੱਚ ਲੋਕਤੰਤਰੀ ਸੰਵਿਧਾਨ ਦੀ ਵਿਵਸਥਾ ਕੀਤੀ ਗਈ ਹੈ। ਲੋਕਤੰਤਰੀ ਦੇ ਮਹੱਤਵਪੂਰਨ ਸਿਧਾਂਤ ਜਿਹੜੇ ਨੇ ਪ੍ਰਸਤਾਵਨਾ ਵਿੱਚ ਅੰਕਿਤ ਕੀਤੇ ਗਏ ਨੇ, ਠੀਕ ਹੈ, ਜਿਸ ਦੇ ਵਿੱਚ ਕਿ ਸਾਰੀਆਂ ਸਮਾਨਤਾਵਾਂ ਨੇ, ਮਨੁੱਖੀ ਭਾਈਚਾਰੇ ਦਾ ਵਿਕਾਸ ਹੈ, ਉਹ ਸਾਰੇ ਜਿਹੜੇ ਨੇ ਉਹ ਦਿੱਤੇ ਗਏ ਨੇ। ਇਸ ਦੇ ਵਿੱਚ ਮੌਲਿਕ ਅਧਿਕਾਰ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਕਿ ਸਮਾਨਤਾ ਦਾ ਅਧਿਕਾਰ ਹੋ ਗਿਆ, ਸੁਤੰਤਰਤਾ ਦਾ ਅਧਿਕਾਰ ਹੋ ਗਿਆ, ਠੀਕ ਹੈ, ਭਾਈਚਾਰੇ ਦੀ ਭਾਵਨਾ ਕਿ ਚਾਹੇ ਉਹ ਕਿਸੇ ਵੀ ਨਸਲ ਦਾ ਹੈ, ਕਿਸੇ ਵੀ ਧਰਮ ਦਾ ਹੈ, ਕੋਈ ਵੀ ਭਾਸ਼ਾ ਬੋਲਦਾ ਹੈ, ਉਹ ਸਾਰੇ ਜਿਹੜੇ ਨੇ ਬਰਾਬਰ ਨੇ, ਠੀਕ ਹੈ। ਉਹਨਾਂ ਸਾਰਿਆਂ ਨੂੰ ਹੱਕ ਹੈ ਕਿ ਆਪਣੇ ਅਕੋਰਡਿੰਗ ਜਿਹੜੀ ਹੈ ਦੇਸ਼ ਦੇ ਸਰਕਾਰ ਜਿਹੜੀ ਹੈ ਚਲਾਈ ਜਾ ਸਕੇ। ਅੱਗੇ ਹੈਗਾ ਹੈ ਤਾਂ ਉਹਨਾਂ ਸਾਰਿਆਂ ਨੂੰ ਜਿਹੜੇ ਬਰਾਬਰ ਹੱਕ ਦਿੱਤੇ ਗਏ ਨੇ, ਠੀਕ ਹੈ, ਬਰਾਬਰ ਉਹਨਾਂ ਨੂੰ ਮੌਕਿਆਂ ਦਾ ਜਿਹੜਾ ਇਹ ਇੱਕ ਪ੍ਰਬੰਧ ਜਿਹੜਾ ਉਹਨਾਂ ਦੇ ਲਈ ਕੀਤਾ ਗਿਆ ਹੈ। ਉਸ ਤੋਂ ਬਾਅਦ ਹੈ ਜੀ ਬਾਲਗ ਮਤ ਅਧਿਕਾਰ। ਤਾਂ ਲੋਕਤੰਤਰ ਦਾ ਬਾਲਗ ਮਤ ਅਧਿਕਾਰ ਦਾ ਜਿਹੜਾ ਵੋਟ ਦਾ ਆਧਾਰ ਹੈ ਉਸ 'ਤੇ ਪ੍ਰਤੱਖ ਚੋਣਾਂ ਇਸ ਦਾ ਮੂਲ ਸਿਧਾਂਤ ਹੈ, ਠੀਕ ਹੈ। ਲੋਕਤੰਤਰ ਦਾ ਬਾਲਗ ਵੋਟ ਦਾ ਆਧਾਰ ਅਤੇ ਪ੍ਰਤੱਖ ਚੋਣਾਂ ਇਸ ਦਾ ਮੂਲ ਆਧਾਰ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਬਾਲਗਾਂ ਨੂੰ ਮਤ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। ਹਰੇਕ ਬਾਲਗ ਜਿਸ ਦੀ ਉਮਰ 18 ਸਾਲ ਹੈ, ਚਾਹੇ ਉਹ ਫੀਮੇਲ ਹੈ ਚਾਹੇ ਮੇਲ ਹੈ, ਉਹ ਵੋਟ ਜਿਹੜਾ ਪਾ ਸਕਦਾ ਹੈ। ਓਕੇ, ਉਸ ਤੋਂ ਬਾਅਦ ਹੈ ਸੰਯੁਕਤ ਚੋਣ ਪ੍ਰਣਾਲੀ। ਭਾਰਤੀ ਸੰਵਿਧਾਨ ਸੰਪਰਦਾਇਕ ਚੋਣ ਪ੍ਰਣਾਲੀ ਦੀ ਥਾਂ 'ਤੇ ਸੰਯੁਕਤ ਚੋਣ ਪ੍ਰਣਾਲੀ ਹੈ, ਠੀਕ ਹੈ। ਸੰਯੁਕਤ ਚੋਣ ਪ੍ਰਣਾਲੀ ਕਿਹੜੀ ਹੈ? ਸੰਪਰਦਾਇਕ ਕਿਹੜੀ? ਯਾਨੀ ਕਿ ਵੀ ਕਿਸੇ ਵੀ ਧਰਮ ਦੇ ਹੱਕ ਦੇ ਵਿੱਚ ਵੀ ਨਹੀਂ ਹੈਗੇ, ਕਿਸੇ ਧਰਮ ਦੇ ਖਿਲਾਫ ਵੀ ਨਹੀਂ ਹੈਗੀ, ਠੀਕ ਹੈ। ਕਿਸੇ ਵੀ ਧਾਰਮਿਕ ਵਰਗ ਨੂੰ ਚੋਣ ਪ੍ਰਣਾਲੀ ਵਿੱਚ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਗਈ ਕਿ ਧਰਮ ਦੇ ਪੱਖੋਂ ਕੋਈ ਵਿਤਕਰਾ ਨਹੀਂ ਹੈਗਾ, ਠੀਕ ਹੈ। ਨਾ ਹੀ ਕਿਸੇ ਧਰਮ ਨੂੰ ਜਿਹੜਾ ਇੱਕ ਮੇਨ ਉਹ ਦੱਸਿਆ ਗਿਆ ਕਿ ਇਹੀ ਧਰਮ ਸਭ ਕੁਛ ਹੈ, ਅਤੇ ਨਾ ਹੀ ਕਿਸੇ ਧਰਮ ਦਾ ਜਿਹੜਾ ਵਿਰੋਧ ਕੀਤਾ ਗਿਆ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਦੀ ਸੰਯੁਕਤ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਇਸ ਪ੍ਰਣਾਲੀ ਅਧੀਨ ਸਾਰੇ ਧਰਮਾਂ, ਨਸਲ, ਭਾਸ਼ਾਵਾਂ ਆਦਿ ਦੇ ਲੋਕ ਆਪਣੇ ਇਲਾਕੇ ਦੇ ਸਾਂਝੇ ਉਮੀਦਵਾਰਾਂ ਦੀ ਜਿਹੜੀ ਹੈ ਚੋਣ ਕਰਦੇ ਹਨ। ਉਸ ਤੋਂ ਬਾਅਦ ਹੈ ਰਾਜਨੀਤਿਕ ਅਧਿਕਾਰ। ਤਾਂ ਲੋਕਤੰਤਰ ਦੇ ਲਈ ਰਾਜਨੀਤਿਕ ਅਧਿਕਾਰ ਇਸ ਦੀ ਜਿੰਦ ਜਾਨ ਹੁੰਦੇ ਹਨ, ਇਹ ਇੰਪੋਰਟੈਂਟ ਹੈ, ਠੀਕ ਹੈ। ਜੋ 18 ਸਾਲ ਨਾਗਰਿਕ ਹੈ, ਚਾਹੇ ਉਹ 18 ਤੋਂ ਵੱਧ ਦਾ ਹੈ ਚਾਹੇ 18 ਦਾ ਅਧਿਕਾਰ ਹੈ ਉਸਨੂੰ ਕਿ ਵੋਟ ਪਾ ਸਕਦਾ ਹੈ। ਹਰੇਕ 25 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਨਾਗਰਿਕ ਨੂੰ ਚੋਣ ਲੜਨ ਦਾ ਵੀ ਅਧਿਕਾਰ ਹੈ। ਪਿੰਡ ਦੀ ਪੰਚਾਇਤ ਤੋਂ ਲੈ ਕੇ ਭਾਰਤੀ ਸੰਸਦ ਤੱਕ ਦੀਆਂ ਸਾਰੀਆਂ ਪ੍ਰਤੀਨਿਧ ਸੰਸਥਾਵਾਂ ਨੂੰ ਚੁਣਨ ਦਾ ਅਧਿਕਾਰ ਭਾਰਤੀ ਬਾਲਗਾਂ ਨੂੰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਭਾਰਤ ਦੇ ਵਿੱਚ ਧਰਮ ਨਿਰਪੱਖਤਾ, ਜਿਸ ਦੇ ਵਿੱਚ ਕਿ ਹਰ ਪ੍ਰਕਾਰ ਦੇ ਧਰਮ ਨੂੰ ਬਰਾਬਰ ਦਾ ਜਿਹੜਾ ਰੁਤਬਾ ਦਿੱਤਾ ਗਿਆ ਹੈ, ਠੀਕ ਹੈ। ਕਿਸੇ ਵੀ ਪ੍ਰਕਾਰ ਦੀ ਕੋਈ ਵੀ ਭੇਦਭਾਵ ਵਾਲੀ ਜਿਹੜੀ ਹੈ ਉਹ ਵਿਵਸਥਾ ਨਹੀਂ ਕੀਤੀ ਗਈ। ਅੱਗੇ ਹੈਗਾ ਨਿਸ਼ਚਿਤਕਾਲੀਨ ਅਤੇ ਸੁਤੰਤਰ ਚੋਣਾਂ। ਨਿਸ਼ਚਿਤਕਾਲੀਨ ਅਤੇ ਸੁਤੰਤਰ ਚੋਣਾਂ ਯਾਨੀ ਕਿ ਬਿਲਕੁਲ ਇੰਡੀਪੈਂਡੈਂਟ ਚੋਣਾਂ ਹੁੰਦੀਆਂ ਨੇ, ਠੀਕ ਹੈ। ਨਿਸ਼ਚਿਤਕਾਲੀਨ ਯਾਨੀ ਕਿ ਸਮੇਂ-ਸਮੇਂ 'ਤੇ ਹੁੰਦੀਆਂ ਰਹਿੰਦੀਆਂ ਨੇ, ਠੀਕ ਹੈ, ਨਿਸ਼ਚਿਤ ਸਮੇਂ ਤੋਂ ਬਾਅਦ। ਲੋਕਤੰਤਰੀ ਸਿਧਾਂਤਾਂ ਦੇ ਅਨੁਸਾਰ ਨਿਸ਼ਚਿਤਕਾਲੀ ਅਤੇ ਸੁਤੰਤਰ ਚੋਣਾਂ ਹੋਣੀਆਂ ਬਹੁਤ ਜ਼ਰੂਰੀ ਨੇ। ਸਾਡੇ ਦੇਸ਼ ਵਿੱਚ ਹਰ 5 ਸਾਲ ਪਿੱਛੋਂ ਸੰਸਦ ਅਤੇ ਰਾਜ ਵਿਧਾਨ ਮੰਡਲਾਂ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਨੇ। ਸਟਾਰ ਮਾਰਕ ਕਰਕੇ ਲਿਖ ਲਓ ਕਿੰਨੇ ਸਾਲ ਬਾਅਦ? 5 ਸਾਲ ਬਾਅਦ ਪਿੱਛੋਂ ਹੁੰਦੀਆਂ ਨੇ, ਠੀਕ ਹੈ। ਨਿਸ਼ਚਿਤ ਸਮੇਂ ਪਿੱਛੋਂ ਚੋਣ ਕਰਾਉਣ ਲਈ ਲੋਕਾਂ ਦਾ ਵਿਸ਼ਵਾਸ ਸਰਕਾਰ ਵਿੱਚ ਬਣਿਆ ਰਹਿੰਦਾ। ਲੋਕ ਅਜਿਹੀ ਸਰਕਾਰ ਨੂੰ ਆਪਣੀ ਸਰਕਾਰ ਸਮਝਦੇ ਨੇ ਅਤੇ ਉਸਦੀ ਉੱਚਤਾ ਨੂੰ ਜਿਹੜਾ ਸਵੀਕਾਰ ਕਰਦੇ ਨੇ। ਭਾਰਤ ਵਿੱਚ ਹੁਣ ਤੱਕ 16 ਆਮ ਚੋਣਾਂ ਕਰਵਾ ਚੁੱਕੀਆਂ। ਭਾਰਤ ਵਿੱਚ ਹੁਣ ਤੱਕ 16 ਆਮ ਚੋਣਾਂ ਕਰਾਈਆਂ ਜਾ ਚੁੱਕੀਆਂ ਨੇ। ਇੱਥੇ 17 ਆਊਗਾ, ਠੀਕ ਹੈ। ਇਹ ਬੁੱਕ ਪੁਰਾਣੀ ਪਬਲਿਸ਼ ਹੋਈ ਹੈ, ਤਾਂ ਹੁਣ ਤੱਕ 17 ਚੋਣਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਓਕੇ, ਸੰਵਿਧਾਨ ਅਨੁਸਾਰ ਇੱਕ ਸੁਤੰਤਰ ਚੋਣ ਆਯੋਗ ਦੀ ਸਥਾਪਨਾ ਕੀਤੀ ਹੈ, ਜੋ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਦੇ ਲਈ ਜ਼ਿੰਮੇਵਾਰ ਹੈ, ਠੀਕ ਹੈ। ਸੰਵਿਧਾਨ ਦੇ ਅਨੁਸਾਰ ਇੱਕ ਨਵੀਂ, ਤੁਸੀਂ ਐਂ ਕਹਿ ਲਓ ਵੀ ਇੱਕ ਨਵੇਂ ਆਯੋਗ ਦੀ ਸਥਾਪਨਾ ਹੁੰਦੀ ਹੈ, ਜਿਸ ਦਾ ਨਾਮ ਹੈ ਚੋਣ ਆਯੋਗ, ਜਿਹੜੀ ਕਿ ਚੋਣਾਂ ਦਾ ਪ੍ਰਬੰਧ ਕਰਦੇ ਨੇ, ਇਸ ਦਾ ਸੰਚਾਲਨ ਕਰਦੇ ਨੇ। ਚੋਣਾਂ ਦਾ ਰਿਜ਼ਲਟ ਵੀ ਉਹਨਾਂ ਦੁਆਰਾ ਕੱਢਿਆ ਜਾਂਦਾ ਹੈ, ਠੀਕ ਹੈ। ਚੋਣਾਂ ਦਾ ਸਾਰਾ ਦੇਖ ਰੇਖ ਦਾ ਪ੍ਰਬੰਧ ਚੋਣ ਆਯੋਗ ਦੁਆਰਾ ਹੀ ਕੀਤਾ ਜਾਂਦਾ ਹੈ। ਕਲੀਅਰ? ਉਸ ਤੋਂ ਬਾਅਦ ਹੈ ਗਣਰਾਜੀ ਸ਼ਾਸਨ ਪ੍ਰਣਾਲੀ। ਸੰਵਿਧਾਨ ਦੀ ਪ੍ਰਸਤਾਵਨਾ ਅਨੁਸਾਰ ਭਾਰਤ ਨੂੰ ਲੋਕਤੰਤਰੀ ਗਣਰਾਜ ਬਣਾਇਆ ਗਿਆ ਹੈ। ਇਸੇ ਸਰਵਉੱਚ ਸ਼ਕਤੀ ਕਿਸੇ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਕੋਲ ਨਹੀਂ ਹੈ, ਸਗੋਂ ਸਮੁੱਚੀ ਜਨਤਾ ਕੋਲ ਹੈ, ਠੀਕ ਹੈ। ਗਣਰਾਜੀ ਸ਼ਾਸਨ ਪ੍ਰਣਾਲੀ ਦਾ ਮਤਲਬ ਹੈ ਕਿ ਜਿੰਨੀ ਵੀ ਪਾਵਰਸ ਨੇ ਉਹ ਸਾਰੀਆਂ ਜਨਤਾ ਕੋਲ ਨੇ, ਕਿਸੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਜਿਹੜੀ ਹੈ ਉਹ ਨਹੀਂ ਸਮੇਟੀ ਗਈ ਹੈਗੀ। ਭਾਰਤ ਦਾ ਮੁਖੀ ਜਿਹੜਾ ਉਹ ਕੌਣ ਹੈ? ਰਾਸ਼ਟਰਪਤੀ ਹੈ, ਜੋ ਕਿ ਜਨਤਾ ਦੇ ਦੁਆਰਾ ਅਪ੍ਰਤੱਖ ਰੂਪ ਨਾਲ ਨਿਸ਼ਚਿਤ ਸਮੇਂ ਦੇ ਲਈ ਚੁਣਿਆ ਜਾਂਦਾ ਹੈ। ਅਪ੍ਰਤੱਖ ਕਿਵੇਂ? ਪ੍ਰਤੀਨਿਧ ਸਰਕਾਰ ਦੇ ਦੁਆਰਾ, ਯਾਨੀ ਕਿ ਜਿਹੜੇ ਲੋਕ ਨੇ ਉਹ ਕੁਛ ਪ੍ਰਤੀਨਿਧਾਂ ਨੂੰ ਚੁਣਦੇ ਨੇ, ਠੀਕ ਹੈ। ਜਿਸ ਤਰ੍ਹਾਂ ਕਿ ਯਾਨੀ ਆਪਣੀ ਆਮ ਜਨਤਾ ਹੈ, ਠੀਕ ਹੈ। ਆਮ ਜਨਤਾ ਕੁਛ ਪ੍ਰਤੀਨਿਧਾਂ ਨੂੰ ਚੁਣਦੀ ਹੈ, ਯਾਨੀ ਕਿ ਕੁਛ ਵਿਅਕਤੀਆਂ ਨੂੰ ਚੁਣਦੀ ਹੈ। ਉਹ ਕੁਛ ਚੁਣੇ ਹੋਏ ਵਿਅਕਤੀ ਜਿਹੜੇ ਨੇ ਰਾਸ਼ਟਰਪਤੀ ਦੀ ਚੋਣ ਕਰਦੇ ਨੇ, ਠੀਕ ਹੈ। ਤਾਂ ਇਹ ਕਿਹੜਾ ਪ੍ਰੋਸੈਸ ਹੋਇਆ? ਇਹ ਅਪ੍ਰਤੱਖ ਚੋਣ ਪ੍ਰਕਿਰਿਆ ਹੋਈ। ਉਸ ਅਪ੍ਰਤੱਖ ਚੋਣ ਪ੍ਰਕਿਰਿਆ ਦੇ ਰਾਹੀਂ ਹੀ ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਗਣਰਾਜ ਵਿੱਚ ਰਾਜ ਦੇ ਮੁਖੀ ਦਾ ਆਧਾਰ ਜਿਹੜੀ ਹੈ ਚੋਣਾਂ ਹੁੰਦੀਆਂ ਨੇ। ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ। ਲੋਕਤੰਤਰੀ ਪ੍ਰਕਿਰਿਆ ਦਾ ਤਜਰਬਾ 1952 ਵਿੱਚ ਪਹਿਲੀਆਂ ਆਮ ਚੋਣਾਂ ਤੋਂ ਕੀਤਾ ਗਿਆ ਸੀ। ਕੁਐਸਚਨ ਆ ਸਕਦਾ ਕਿ ਸਭ ਤੋਂ ਪਹਿਲੀਆਂ ਆਮ ਚੋਣਾਂ ਜਿਹੜੀਆਂ ਨੇ ਕਦੋਂ ਹੋਈਆਂ ਨੇ ਭਾਰਤ ਦੇ ਵਿੱਚ? ਤਾਂ ਉਹ ਹੋਈਆਂ ਨੇ ਜੀ 1952 ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਧਿਆਨ ਦੇ ਵਿੱਚ ਰੱਖਣਾ, ਕਦੋਂ? 1952 ਦੇ ਵਿੱਚ। ਉਸ ਤੋਂ ਬਾਅਦ ਹੈ ਭਾਰਤੀ ਚੋਣ ਵਿਧੀ ਤੇ ਪ੍ਰਕਿਰਿਆ।
कि किस तरह चोण विधियां ਹੁੰਦੀਆਂ ਨੇ। ਇਸ ਦੇ ਵਿੱਚ ਆਪਾਂ ਨੂੰ ਪ੍ਰੋਸੈਸ ਦੱਸਿਆ ਗਿਆ ਇਲੈਕਸ਼ਨਸ ਦਾ ਕਿ ਕਿਸ ਤਰ੍ਹਾਂ ਇਲੈਕਸ਼ਨਸ ਜਿਹੜੀਆਂ ਨੇ ਉਹ ਹੁੰਦੀਆਂ ਨੇ। ਤਾਂ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਵਰਤਮਾਨ ਰਾਜ ਦਾ ਨਾਗਰਿਕ ਆਪਣੇ ਪ੍ਰਤੀਨਿਧਾਂ ਰਾਹੀਂ ਕਾਨੂੰਨ ਬਣਾਉਂਦਾ ਅਤੇ ਉਹਨਾਂ ਦੇ ਰਾਹੀਂ ਹੀ ਸ਼ਾਸਨ ਕਰਦਾ ਹੈ। ਅਜਿਹੀ ਵਿਵਸਥਾ ਨੂੰ ਪ੍ਰਤੀਨਿਧ ਸਰਕਾਰ ਕਹਿੰਦੇ ਨੇ। ਚੋਣ ਪ੍ਰਕਿਰਿਆ ਕੀ ਹੈ? ਦੇਖੋ, ਚੋਣਾਂ ਦਾ ਪ੍ਰੋਸੈਸ ਸਭ ਤੋਂ ਪਹਿਲਾਂ ਨਾਮਜ਼ਦਗੀ ਫਾਰਮ ਭਰਿਆ ਜਾਂਦਾ ਹੈ ਕਿ ਕੋਈ ਵੀ ਕੈਂਡੀਡੇਟ ਹੈ ਜਿਹੜਾ ਕਿ ਵੋਟਾਂ ਦੇ ਵਿੱਚ ਖੜਨਾ ਚਾਹੁੰਦਾ ਉਹ ਫੋਰਮ ਭਰੂਗਾ, ਠੀਕ ਹੈ, ਪਹਿਲਾਂ ਨਾਮਜ਼ਦਗੀ ਫੋਰਮ। ਉਸ ਤੋਂ ਬਾਅਦ ਉਹ ਆਪਣੀ ਜਿਹੜੀ ਹੈ ਜੋ ਵੀ ਉਸਨੇ ਆਪਣਾ ਜੋ ਨਿਸ਼ਾਨ ਚੁਣਿਆ ਹੈ, ਠੀਕ ਹੈ, ਜਾਂ ਆਪਣੀ ਸਰਕਾਰ ਜੋ ਵੀ ਉਸਨੇ ਬਣਾਈ ਹੈ ਜਾਂ ਜੋ ਵੀ ਉਸਦੇ ਰਿਲੇਟਿਡ ਉਹਨੇ ਜੋ ਵੀ ਉਹਨੇ ਆਪਣੀ ਸਰਕਾਰ ਦੇ ਰਿਲੇਟਿਡ ਆਪਣੀ ਉਹ ਕੀ ਕਰੂਗਾ, ਨਾਮਜ਼ਦਗੀ ਫਾਰਮ ਭਰਨ ਤੋਂ ਬਾਅਦ ਉਹ ਚੋਣ ਮੁਹਿੰਮ ਕਰੂਗਾ। ਚੋਣ ਮੁਹਿੰਮ ਯਾਨੀ ਕਿ ਚੋਣ ਪ੍ਰਚਾਰ ਕਰੂਗਾ, ਜਿਸ ਤਰ੍ਹਾਂ ਕਿ ਆਪਾਂ ਬੈਨਰਸ ਦੇ ਥਰੂ ਦੇਖਦੇ ਹਾਂ, ਠੀਕ ਹੈ। ਜਗ੍ਹਾ ਜਗ੍ਹਾਵਾਂ 'ਤੇ ਜਿਹੜੇ ਉਹ ਨਾਟਕ ਵੀ ਕੀਤੇ ਜਾਂਦੇ ਨੇ ਸਰਕਾਰਾਂ ਦੇ ਰਿਲੇਟਿਡ, ਤਾਂ ਚੋਣ ਮੁਹਿੰਮ ਕੀਤੀ ਜਾਂਦੀ ਹੈ, ਠੀਕ ਹੈ, ਆਪਣੀ ਸਰਕਾਰ ਦੇ ਲਈ। ਉਸ ਤੋਂ ਬਾਅਦ ਫਿਰ ਜਿਸ ਦਿਨ ਵੋਟਾਂ ਦਾ ਦਿਨ ਆਉਂਦਾ ਹੈ ਉਸ ਦਿਨ ਸਾਰੇ ਲੋਕ ਜਿਹੜੇ ਨੇ ਮਤਦਾਨ ਕਰਦੇ ਨੇ। ਮਤਦਾਨ ਤੋਂ ਬਾਅਦ ਗਿਣਤੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਅਨਾਊਂਸ ਕੀਤਾ ਜਾਂਦਾ ਹੈ। ਤਾਂ ਇਹ ਹੈਗੀ ਹੈ ਜੀ ਭਾਰਤੀ ਚੋਣ ਪ੍ਰਕਿਰਿਆ। ਦੇਖਣ ਤੋਂ ਬਹੁਤ ਆਸਾਨ ਲੱਗਦੀ ਹੈ ਲੇਕਿਨ ਇਸ ਦੇ ਵਿੱਚ ਲੰਬਾ ਸਮਾਂ ਜਿਹੜਾ ਹੈ ਉਹ ਲੱਗਿਆ ਦੇਖਣ 'ਚ ਕਾਫੀ ਆਸਾਨ ਲੱਗਦੀ ਹੈ ਲੇਕਿਨ ਇਹ ਥੋੜ੍ਹਾ ਜਿਹਾ ਸਮਾਂ ਲੈਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਹਰੇਕ ਲੋਕਤੰਤਰੀ ਰਾਜ ਵਿੱਚ ਦੋ ਪ੍ਰਮੁੱਖ ਚੋਣ ਪ੍ਰਣਾਲੀਆਂ ਨੇ, ਪ੍ਰਤੱਖ ਅਤੇ ਅਪ੍ਰਤੱਖ। ਇਹ ਆਪਾਂ ਉੱਪਰ ਵੀ ਪੜ੍ਹ ਚੁੱਕੇ ਹਾਂ, ਠੀਕ ਹੈ। ਪ੍ਰਤੱਖ ਚੋਣ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ? ਇਸ ਦੇ ਵਿੱਚ ਜਿਹੜੇ ਵੋਟਰ ਨੇ, ਜਿਹੜੇ ਵੋਟਾਂ ਦਿੰਦੇ ਨੇ, ਮਤਦਾਤਾਵਾਂ ਨੇ, ਉਹ ਆਪ ਜਿਹੜੇ ਨੇ ਜਾ ਕੇ ਪ੍ਰਤੱਖ ਰੂਪ ਦੇ ਵਿੱਚ ਪੋਲਿੰਗ ਸਟੇਸ਼ਨ 'ਤੇ ਜਾ ਕੇ ਆਪਣੀ ਇੱਛਾ ਦੇ ਅਨੁਸਾਰ ਉਮੀਦਵਾਰ ਨੂੰ ਵੋਟ ਪਾ ਕੇ ਜਿਹੜਾ ਨੇ ਉਹ ਜਿਤਾਉਂਦੇ ਨੇ, ਠੀਕ ਹੈ। ਭਾਰਤ ਹੋ ਗਿਆ, ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ, ਜਪਾਨ ਆਦਿ ਦੇਸ਼ਾਂ ਦੇ ਵਿੱਚ ਇਹ ਜਿਹੜੀ ਹੈ ਪ੍ਰਤੱਖ ਚੋਣ ਪ੍ਰਣਾਲੀ ਰਾਹੀਂ ਹੀ ਵਿਧਾਨ ਮੰਡਲਾਂ ਦੀ ਚੋਣ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਯਾਦ ਰੱਖਿਓ ਕਿਹੜੀ ਚੋਣ? ਵਿਧਾਨ ਮੰਡਲਾਂ ਦੀ। ਲੇਕਿਨ ਅਪ੍ਰਤੱਖ ਚੋਣ ਪ੍ਰਣਾਲੀ ਦੇ ਵਿੱਚ ਲੋਕ ਆਪ ਜਿਹੜੇ ਨੇ ਸਿੱਧੇ ਤੌਰ 'ਤੇ ਉਹਨਾਂ ਨੂੰ ਨਹੀਂ ਚੁਣਦੇ ਹੈਗੇ। ਉਦਾਹਰਣ ਲਈ ਭਾਰਤ ਵਿੱਚ ਪਹਿਲਾਂ ਮਤਦਾਤਾ ਆਪਣੇ ਰਾਜ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਚੁਣਦਾ ਹੈ ਅਤੇ ਇਹ ਵਿਧਾਨ ਸਭਾਵਾਂ ਦੇ ਮੈਂਬਰ ਆਪਣੇ ਰਾਜ ਦੇ ਰਾਜ ਸਭਾ ਦੇ ਮੈਂਬਰਾਂ ਨੂੰ ਚੁਣਦੇ ਨੇ। ਭਾਰਤ ਦੇ ਰਾਸ਼ਟਰਪਤੀ ਨੂੰ ਲੋਕਾਂ ਦੁਆਰਾ ਚੁਣੇ ਗਏ ਵਿਧਾਨ ਸਭਾਵਾਂ ਦੇ ਮੈਂਬਰ ਅਤੇ ਸੰਸਦ ਦੇ ਮੈਂਬਰ ਚੁਣਦੇ ਨੇ। ਇਸ ਪ੍ਰਕਾਰ ਰਾਜ ਸਭਾ ਦੇ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ ਪ੍ਰਣਾਲੀ ਆ, ਠੀਕ ਹੈ। ਦੇਖੋ, ਕੁਐਸਚਨ ਆ ਸਕਦਾ ਹੈ ਕਿ ਰਾਸ਼ਟਰਪਤੀ ਦੀ ਚੋਣ ਪ੍ਰਣਾਲੀ ਜਾਂ ਰਾਜ ਸਭਾ ਦੀ ਚੋਣ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ? ਤਾਂ ਇਹ ਹੈਗੀ ਜੀ ਅਪ੍ਰਤੱਖ, ਠੀਕ ਹੈ। ਅਪ੍ਰਤੱਖ ਹੈ, ਡਾਇਰੈਕਟ ਨਹੀਂ ਹੈਗੀ, ਅਪ੍ਰਤੱਖ ਹੈ। ਉਸ ਤੋਂ ਬਾਅਦ ਭਾਰਤ ਵਿੱਚ ਚੋਣ ਪ੍ਰਕਿਰਿਆ ਸਭ ਤੋਂ ਪਹਿਲਾਂ ਚੋਣ ਖੇਤਰ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਕਿਹੜੇ ਖੇਤਰ ਦੇ ਲਈ ਵੋਟਾਂ ਜਿਹੜੀਆਂ ਨੇ ਕੀਤੀ ਜਾਣੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਹਰੇਕ ਖੇਤਰ ਦੇ ਵਿੱਚੋਂ ਇੱਕ ਪ੍ਰਤੀਨਿਧੀ ਚੁਣਿਆ ਜਾਂਦਾ ਹੈ। ਉਸ ਤੋਂ ਬਾਅਦ ਮਤਦਾਤਾ ਸੂਚੀ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਾਰੇ ਉਹਨਾਂ ਦਾ ਨਾਮ ਜਿਹੜਾ ਰੱਖਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਲੜੀਆਂ ਜਾਣਗੀਆਂ, ਠੀਕ ਹੈ। ਵੋਟਾਂ ਦੀ ਚੋਣਾਂ ਦੇ ਵਿੱਚ ਜਿਹੜਾ ਖੜਿਆ ਜਾਵੇਗਾ ਉਹਨਾਂ ਦੀ ਮਤਦਾਤਾ ਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਚੋਣ ਮਿਤੀ ਦਾ ਐਲਾਨ ਕੀਤਾ ਜਾਂਦਾ ਹੈ। ਇਹ ਸਾਰਾ ਪ੍ਰਬੰਧ ਕੌਣ ਕਰਦਾ ਹੈ? ਚੋਣ ਆਯੋਗ ਕਰਦਾ ਹੈ। ਚੋਣਾਂ ਦਾ ਐਲਾਨ ਕਰਨਾ, ਠੀਕ ਹੈ, ਸਾਰਾ ਕੰਮ ਉਹਨਾਂ ਦਾ ਹੈ। ਇਸ ਤੋਂ ਬਾਅਦ ਫਿਰ ਨਾਮਜ਼ਦਗੀ ਫਾਰਮ ਭਰਨ ਦੀ ਮਿਤੀ ਜਾਰੀ ਕੀਤੀ ਜਾਂਦੀ ਹੈ। ਨਾਮ ਵਾਪਸ ਲੈਣ ਦੀ ਮਿਤੀ, ਛਾਣਬੀਣ ਦੀ ਮਿਤੀ ਨਿਸ਼ਚਿਤ ਕੀਤੀ ਜਾਂਦੀ ਹੈ, ਠੀਕ ਹੈ। ਮਤਲਬ ਸਟੈਪ ਬਾਈ ਸਟੈਪ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਕੰਪਲੀਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਨਾਮਜ਼ਦਗੀ ਫਾਰਮ ਭਰਿਆ ਜਾਂਦਾ ਹੈ, ਜਿਹੜਾ ਵੀ ਉਮੀਦਵਾਰ ਚੋਣ ਲੜਨਾ ਚਾਹੁੰਦਾ ਆਪਣਾ ਨਾਮਜ਼ਦਗੀ ਫਾਰਮ ਭਰ ਕੇ ਕਿਸ ਨੂੰ ਦਿੰਦਾ ਹੈ? ਉਹ ਰਿਟਰਨਿੰਗ ਅਫਸਰ ਨੂੰ ਨਿਸ਼ਚਿਤ ਮਿਤੀ ਤੱਕ ਜਿਹੜਾ ਜਮ੍ਹਾਂ ਕਰਾਉਂਦਾ ਹੈ, ਠੀਕ ਹੈ। ਉਹਦੇ ਸਾਹਮਣੇ ਪੇਸ਼ ਕਰਦਾ ਕਿਸ ਨੂੰ? ਰਿਟਰਨਿੰਗ ਅਫਸਰ ਨੂੰ। ਇੰਪੋਰਟੈਂਟ ਹੈ, ਕੁਐਸਚਨ ਆ ਸਕਦਾ ਹੈ। ਨਾਮਜ਼ਦਗੀ ਫਾਰਮ ਕਿਸ ਨੂੰ ਜਮ੍ਹਾਂ ਕਰਾਉਣਾ ਹੁੰਦਾ ਹੈ? ਰਿਟਰਨਿੰਗ ਅਫਸਰ ਨੂੰ ਕਰਾਉਣਾ ਹੁੰਦਾ ਹੈ। ਉਸ ਤੋਂ ਬਾਅਦ ਮੰਨ ਲਓ ਕਿਸੇ ਉਮੀਦਵਾਰ ਨੂੰ ਲੱਗਦਾ ਹੈ ਕਿ ਨਹੀਂ ਉਸਨੂੰ ਵੋਟ ਨਹੀਂ ਲੜਨੀ ਚਾਹੀਦੀ ਹੈਗੀ ਜਾਂ ਕਿਸੇ ਪ੍ਰਕਾਰ ਦੀ ਉਹਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਜਿਹੜਾ ਆਪਣਾ ਨਾਮ ਹੈ ਵਾਪਸ ਵੀ ਲੈ ਸਕਦਾ ਹੈ, ਲੇਕਿਨ ਉਸਦੇ ਲਈ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ, ਠੀਕ ਹੈ। ਅਤੇ ਉਸਦੇ ਲਈ ਵੀ ਇੱਕ ਜ਼ਮਾਨਤ ਰਾਸ਼ੀ ਹੁੰਦੀ ਹੈ ਜਿਹੜੀ ਕਿ ਵਾਪਸ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈ ਚੋਣ ਨਿਸ਼ਾਨ। ਚੋਣਾਂ ਵਿੱਚ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਚੋਣ ਆਯੋਗ ਵੱਲੋਂ ਅਲੋਟ ਕੀਤੇ ਜਾਂਦੇ ਨੇ। ਇਹ ਇੰਪੋਰਟੈਂਟ ਹੈ। ਇਹ ਨਹੀਂ ਹੈਗਾ ਕਿ ਕੋਈ ਵੀ ਉਮੀਦਵਾਰ ਜਾ ਕੇ ਕਹਿ ਦੂਗਾ ਕਿ ਮੈਂ ਇਹ ਚੋਣ ਨਿਸ਼ਾਨ ਰੱਖਣਾ ਹੈ ਜਾਂ ਇਹ ਚੋਣ ਨਿਸ਼ਾਨ ਰੱਖਣਾ ਨਹੀਂ। ਉਹ ਜਿਹੜੇ ਕਿਹਦੇ ਦੁਆਰਾ ਅਲੋਟ ਕੀਤੇ ਜਾਂਦੇ ਨੇ? ਚੋਣ ਆਯੋਗ ਦੁਆਰਾ ਅਲੋਟ ਕੀਤੇ ਜਾਂਦੇ ਨੇ। ਰਾਜਨੀਤਿਕ ਦਲਾਂ ਨੂੰ ਵਿਸ਼ੇਸ਼ ਅਤੇ ਪ੍ਰਸਿੱਧ ਚਿੰਨ੍ਹ ਅਲੋਟ ਕੀਤੇ ਜਾਂਦੇ ਨੇ। ਸਾਡੇ ਦੇਸ਼ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਜਿਸ ਤਰ੍ਹਾਂ ਕਿ ਪੰਜਾਈ ਹੱਥ ਟਾਈਪ, ਠੀਕ ਹੈ। ਭਾਰਤੀ ਸਮਾਜਵਾਦੀ ਪਾਰਟੀ ਨੂੰ ਦਾਤੀ ਅਤੇ ਬੱਲੀ ਹੋ ਗਈ। ਤਾਂ ਇਸ ਤਰ੍ਹਾਂ ਦੇ ਨਿਸ਼ਾਨ ਨੇ, ਜਿਸ ਤਰ੍ਹਾਂ ਕਿ BJP ਦਾ ਕਮਲ ਦਾ ਫੁੱਲ ਹੈ। ਇਹ ਜਿਹੜੇ ਨਿਸ਼ਾਨ ਨੇ ਇਹ ਅਲੋਟ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਚੋਣ ਮੁਹਿੰਮ ਹੁੰਦੀ ਹੈ। ਚੋਣ ਪ੍ਰਕਿਰਿਆ ਤੋਂ ਬਾਅਦ ਦਾ ਅਗਲਾ ਪੜਾਅ ਇਹੀ ਹੈ, ਠੀਕ ਹੈ। ਇਸ ਦੇ ਵਿੱਚ ਸਾਰੇ ਜਿਹੜੇ ਨੇ ਆਪਣੀਆਂ ਜੋ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਇਹ ਕਹਿੰਦੇ ਨੇ ਮੀਟਿੰਗਾਂ ਕਰਦੇ ਨੇ, ਇਸ਼ਤਿਹਾਰ ਕਰਦੇ ਨੇ, ਠੀਕ ਹੈ, ਭਾਸ਼ਣ ਦਿੰਦੇ ਨੇ। ਕਾਫੀ ਕੁਝ ਜਿਹੜਾ ਆਪਣੀ ਸਰਕਾਰ ਦੀ ਪ੍ਰਚਾਰ ਦੇ ਹਿੱਤ ਦੇ ਵਿੱਚ ਜਿਹੜਾ ਕੀਤਾ ਜਾਂਦਾ ਹੈ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਇਹ ਕਦੋਂ ਤੱਕ ਕੀਤਾ ਜਾਂਦਾ ਹੈ ਤਾਂ ਦੇਖੋ, ਮੰਨ ਲਓ ਵੋਟਾਂ ਨੇ, ਵੋਟਾਂ ਤੋਂ 48 ਘੰਟੇ ਤੋਂ ਪਹਿਲਾਂ ਇਹ ਜਿਹੜਾ ਪ੍ਰਚਾਰ ਹੈ ਖ਼ਤਮ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਯਾਨੀ ਕਿ ਵੋਟਾਂ ਤੋਂ 2 ਦਿਨ ਪਹਿਲਾਂ ਤੱਕ ਜਿਹੜਾ ਪ੍ਰਚਾਰ ਕੀਤਾ ਜਾ ਸਕਦਾ ਹੈ ਆਪਣੀ ਚੋਣ ਮੁਹਿੰਮ ਦੇ ਰਾਹੀਂ। ਉਸ ਤੋਂ ਬਾਅਦ 48 ਘੰਟੇ ਤੋਂ ਪਹਿਲਾਂ ਇਸ ਨੂੰ ਜਿਹੜਾ ਹੈ ਬੰਦ ਕਰਨਾ ਹੁੰਦਾ ਹੈ। ਫਿਰ ਉਸ ਤੋਂ ਬਾਅਦ ਪੋਲਿੰਗ ਸਟੇਸ਼ਨ 'ਤੇ ਜਾ ਕੇ ਜਿਹੜਾ ਵੋਟਾਂ ਦਿੱਤੀਆਂ ਜਾਂਦੀਆਂ ਨੇ। ਹਰੇਕ ਜਿਹੜਾ ਮਤਦਾਨ ਕੇਂਦਰ ਹੈ ਉਸ ਦੇ ਵਿੱਚ
ਹਰੇਕ ਮਤਦਾਨ ਕੇਂਦਰ ਦੇ ਵਿੱਚ ਇੱਕ ਨਿਸ਼ਚਿਤ ਗਿਣਤੀ ਦੇ ਵਿੱਚ ਮਤਦਾਤਾ ਜਿਹੜੇ ਨੇ ਉਹ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਮਤਾਂ ਦੀ ਗਿਣਤੀ ਦੇ ਨਤੀਜੇ ਆਉਂਦੇ ਨੇ, ਯਾਨੀ ਕਿ ਵੋਟਾਂ ਦਾ ਜਿਹੜਾ ਹੈ ਰਿਜ਼ਲਟ ਦਾ ਟਾਈਮ ਆ ਜਾਂਦਾ ਹੈ। ਉਸ ਦੇ ਵਿੱਚ ਕੌਣ ਕਰਦਾ ਹੈ ਤਾਂ ਵੋਟਾਂ ਦੇ ਭੁਗਤਾਨ ਤੋਂ ਬਾਅਦ ਰਿਟਰਨਿੰਗ ਅਫਸਰ ਅਤੇ ਉਸਦੇ ਸਾਥੀ ਜਿਹੜੇ ਨੇ ਕਰਮਚਾਰੀ ਮਤ ਪੇਟੀਆਂ, ਜਿਸ ਦੇ ਵਿੱਚ ਕਿ ਜਿਹੜਾ ਇਹ ਪਹਿਲਾਂ ਹੁੰਦਾ ਸੀ ਕਿ ਆਪਾਂ ਮਤ ਪੇਟੀਆਂ ਹੁੰਦੀਆਂ ਸੀ ਉਹਨਾਂ ਨੂੰ ਸੀਲ ਕਰਕੇ ਰਿਟਰਨਿੰਗ ਅਫਸਰ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਜਾਂਦਾ ਸੀ। ਲੇਕਿਨ ਅੱਜ ਕੱਲ੍ਹ EVM ਮਸ਼ੀਨਾਂ ਨੇ, ਠੀਕ ਹੈ, ਉਸ ਦੇ ਰਾਹੀਂ ਹੀ ਜਿਹੜੀਆਂ ਵੋਟਾਂ ਨੇ ਉਹ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਚੋਣ ਆਯੋਗ ਵੱਲੋਂ ਨਿਸ਼ਚਿਤ ਦਿਨ ਨੂੰ ਰਿਟਰਨਿੰਗ ਅਫਸਰ ਆਪਣੇ ਸਹਾਇਕ ਕਰਮਚਾਰੀਆਂ ਅਤੇ ਡਿਊਟੀ 'ਤੇ ਤੈਨਾਤ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਜਿਹੜਾ ਹੈ ਉਹਨਾਂ ਵੋਟਾਂ ਦੀ ਗਿਣਤੀ ਕਰਾਉਂਦਾ ਹੈ। ਅਤੇ ਜਿਹੜਾ ਰਿਟਰਨਿੰਗ ਅਫਸਰ ਹੈ ਉਹੀ ਘੋਸ਼ਿਤ ਕਰਦਾ ਹੈ ਕਿ ਕੌਣ ਜਿੱਤਿਆ ਹੈ। ਜਿਹਨੂੰ ਸਭ ਤੋਂ ਵੱਧ ਵੋਟਾਂ ਪੈਂਦੀਆਂ ਨੇ ਉਹ ਰਿਟਰਨਿੰਗ ਅਫਸਰ ਦੁਆਰਾ ਜਿਹੜਾ ਉਸਦਾ ਨਾਮ ਘੋਸ਼ਿਤ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਚੋਣ ਖਰਚੇ ਦਾ ਵੇਰਵਾ ਕੀਤਾ ਜਾਂਦਾ ਹੈ। ਹਰੇਕ ਉਮੀਦਵਾਰ ਨੂੰ ਚੋਣ ਸਮਾਪਤ ਹੋਣ ਤੋਂ 45 ਦਿਨਾਂ ਦੇ ਅੰਦਰ ਅੰਦਰ ਚੋਣਾਂ ਦੇ ਵਿੱਚ ਖਰਚ ਕੀਤੇ ਜਾਣ ਵਾਲੇ ਧਨ ਦਾ ਜਿਹੜਾ ਵੇਰਵਾ ਚੋਣ ਆਯੋਗ ਨੂੰ ਦੇਣਾ ਹੁੰਦਾ ਹੈ, ਠੀਕ ਹੈ, ਤਾਂ ਕਿ ਜਿਹੜੇ ਜ਼ਿਆਦਾ ਰਿਚ ਪਰਸਨ ਨੇ ਉਹ ਪੈਸੇ ਦੇ ਦਬਾਅ ਦੇ ਵਿੱਚ ਆ ਕੇ ਲੋਕਾਂ ਨੂੰ ਖਰੀਦ ਨਾ ਲੈਣ, ਜਾਂ ਜ਼ਿਆਦਾ ਗਰੀਬ ਲੋਕ ਜਿਹੜੇ ਨੇ ਉਹ ਪਿੱਛੇ ਨਾ ਰਹਿ ਜਾਣ। ਤਾਂ ਇਹ ਰੂਲ ਇਸ ਚੀਜ਼ ਦੇ ਲਈ ਬਣਾਇਆ ਗਿਆ ਹੈ, ਠੀਕ ਹੈ। ਉਸ ਤੋਂ ਬਾਅਦ ਚੋਣ ਵਿਰੁੱਧ ਅਪੀਲ। ਜੇਕਰ ਕੋਈ ਉਮੀਦਵਾਰ ਮਹਿਸੂਸ ਕਰਦਾ ਕਿ ਉਸਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਹੋਇਆ ਹੈ ਜਾਂ ਗੈਰ ਕਾਨੂੰਨੀ ਸਾਧਨਾਂ ਦੇ ਰਾਹੀਂ ਜਿਹੜੀ ਹੈ ਚੋਣ ਜਿੱਤੀ ਗਈ ਹੈ, ਤਾਂ ਉਹ ਚੋਣ ਵਿਰੁੱਧ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿੱਚ ਜਾ ਕੇ ਜਿਹੜਾ ਅਪੀਲ ਕਰ ਸਕਦਾ ਹੈ। ਓਕੇ। ਉਸ ਤੋਂ ਬਾਅਦ ਚੋਣ ਆਯੋਗ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੰਸਦ ਅਤੇ ਰਾਜ ਵਿਧਾਨ ਮੰਡਲਾਂ ਦੀਆਂ ਚੋਣਾਂ ਦਾ ਪ੍ਰਬੰਧ ਅਤੇ ਸੰਚਾਲਨ ਨਿਗਰਾਨੀ ਕਰਦਾ ਹੈ। ਇੰਪੋਰਟੈਂਟ ਹੈ ਇਹ ਜਿਹੜਾ ਚੋਣ ਆਯੋਗ ਹੈ ਉਹ ਰਾਸ਼ਟਰਪਤੀ ਦੀ ਚੋਣ ਹੋ ਗਈ, ਉਪ ਰਾਸ਼ਟਰਪਤੀ, ਸੰਸਦ ਅਤੇ ਰਾਜ ਵਿਧਾਨ ਮੰਡਲਾਂ, ਇਹਨਾਂ ਸਾਰੀਆਂ ਚੋਣਾਂ ਦਾ ਜਿਹੜਾ ਇਹ ਪ੍ਰਬੰਧ ਕਰਦਾ ਹੈ, ਠੀਕ ਹੈ। ਚੋਣ ਆਯੋਗ ਇਹਨਾਂ ਚੋਣਾਂ ਨੂੰ ਹਰ ਸੰਭਵ ਤਰੀਕੇ ਨਾਲ ਆਜ਼ਾਦ ਅਤੇ ਨਿਰਪੱਖ ਹੋ ਕੇ ਜਿਹੜਾ ਹੈ ਉਹ ਕਰਵਾਉਂਦਾ ਹੈ, ਠੀਕ ਹੈ। ਇੰਪੋਰਟੈਂਟ ਹੈ ਕਿਹਨਾਂ ਦੀ ਕਰਦਾ ਹੈ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸੰਸਦ ਅਤੇ ਰਾਜ ਵਿਧਾਨ ਮੰਡਲਾਂ ਦੀਆਂ ਚੋਣਾਂ ਦਾ ਜਿਹੜਾ ਹੈ ਆਯੋਗ ਕਰਦਾ ਹੈ, ਨਿਗਰਾਨੀ ਕਰਦਾ ਹੈ, ਠੀਕ ਹੈ। ਉਸ ਤੋਂ ਬਾਅਦ ਲੋਕ ਮਤ ਬਾਰੇ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ, ਕਿ ਕਿੰਨੇ ਕੁ ਸਾਲ ਦੇ ਉਮਰ ਦੇ ਵਿਅਕਤੀ ਜਿਹੜੇ ਨੇ ਆਪਣੇ ਉੱਥੇ ਜਿਹੜਾ ਵੋਟਾਂ ਜਿਹੜੀਆਂ ਨੇ ਉਹ ਪਾ ਸਕਦੇ ਨੇ। ਉਸ ਤੋਂ ਬਾਅਦ ਹੈਗਾ ਜੀ ਅੱਗੇ ਆਪਣੇ ਕੋਲ ਭਾਰਤੀ ਲੋਕਤੰਤਰ ਅਤੇ ਪ੍ਰਮੁੱਖ ਰਾਜਨੀਤਿਕ ਦਲ, ਠੀਕ ਹੈ। ਬਰਾਈਸ ਦੇ ਅਨੁਸਾਰ ਰਾਜਨੀਤਿਕ ਦਲ ਲੋਕਤੰਤਰੀ ਸਰਕਾਰ ਦੇ ਸੰਚਾਲਨ ਦੇ ਲਈ ਮਹੱਤਵਪੂਰਨ ਯੰਤਰ ਹਨ। ਇਹ ਜਨਮਤ ਦਾ ਨਿਰਮਾਣ ਅਤੇ ਪ੍ਰਗਟਾਵਾ ਕਰਦੇ ਹਨ, ਚੋਣਾਂ ਦੇ ਵਿੱਚ ਭਾਗ ਲੈਂਦੇ ਨੇ, ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਨੇ, ਲੋਕਾਂ ਨੂੰ ਚੋਣਾਂ ਦੇ ਲਈ ਤਿਆਰ ਕਰਕੇ ਰਾਜਨੀਤਿਕ ਸਿੱਖਿਆ ਦਿੰਦੇ ਨੇ, ਕੌਣ, ਰਾਜਨੀਤਿਕ ਦਲ ਵਾਲੇ, ਠੀਕ ਹੈ। ਅਤੇ ਲੋੜ ਪੈਣ 'ਤੇ ਇੱਕ ਬਦਲਵੀਂ ਸਰਕਾਰ ਦਾ ਪ੍ਰਬੰਧ ਵੀ ਕਰਦੇ ਨੇ। ਇਹ ਜਿਹੜੇ ਕੰਮ ਨੇ ਰਾਜਨੀਤਿਕ ਦਲਾਂ ਦੇ ਨੇ, ਇੰਪੋਰਟੈਂਟ ਹੈ, ਠੀਕ ਹੈ। ਸੰਖੇਪ ਵਿੱਚ ਜੇ ਗੱਲ ਕਰੀਏ ਵਰਤਮਾਨ ਲੋਕਤੰਤਰੀ ਯੁੱਗ ਵਿੱਚ ਸੱਤਾ ਦੇ ਲਈ ਸੰਘਰਸ਼ ਲੁਕ ਛੁਪ ਕੇ ਨਹੀਂ ਸਗੋਂ ਖੁੱਲ੍ਹੇਆਮ ਹੁੰਦਾ ਹੈ, ਜਿਸ ਦੇ ਵਿੱਚ ਰਾਜਨੀਤਿਕ ਦਲ ਦੀ ਸਭ ਤੋਂ ਵੱਡੀ ਜਿਹੜੀ ਭੂਮਿਕਾ ਉਹ ਹੁੰਦੀ ਹੈ। ਭਾਰਤ ਵਿੱਚ ਰਾਜਨੀਤਿਕ ਦਲ ਦੀ ਗੱਲ ਕਰੀਏ ਤਾਂ ਭਾਰਤ ਰਾਜਨੀਤਿਕ ਦਲਾਂ ਦਾ ਜਨਮ ਅਤੇ ਵਿਕਾਸ ਭਾਰਤ ਦੇ ਰਾਸ਼ਟਰੀ ਅੰਦੋਲਨ ਦੇ ਵਿਕਾਸ ਦੇ ਨਾਲ ਜੁੜਿਆ ਹੋਇਆ ਹੈ। ਆਜ਼ਾਦੀ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦੇਸ਼ ਦੀ ਆਜ਼ਾਦੀ ਦੇ ਚਾਹਵਾਨਾਂ ਦਾ ਇੱਕ ਸਰਬ ਸਾਂਝਾ ਸੰਗਠਨ ਸੀ। ਆਜ਼ਾਦੀ ਤੋਂ ਪੂਰਵ ਦਲ ਯਾਨੀ ਕਿ ਆਜ਼ਾਦੀ ਤੋਂ ਪਹਿਲਾਂ ਦੇ ਦਲ ਕਿਹੜੇ ਨੇ, ਕਾਂਗਰਸ ਹੋ ਗਿਆ, ਮੁਸਲਿਮ ਲੀਗ, ਹਿੰਦੂ ਮਹਾਸਭਾ ਹੋ ਗਿਆ, ਠੀਕ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ 1885 ਵਿੱਚ ਇੱਕ ਅੰਗਰੇਜ਼ ਅਧਿਕਾਰੀ ਮਿਸਟਰ A.O. ਹਿਊਮ ਦੀ ਅਗਵਾਈ ਹੇਠ ਹੋਇਆ। ਇੰਪੋਰਟੈਂਟ ਹੈ, ਯਾਦ ਰੱਖਣਾ। ਮੁਸਲਿਮ ਲੀਗ ਪਾਰਟੀ ਦੀ ਸਥਾਪਨਾ ਜਿਹੜੀ ਹੈ ਸਰ ਸੈਯਦ ਅਹਿਮਦ ਆਗਾ ਖਾਨ ਦੀ ਅਗਵਾਈ ਹੇਠ 1906 ਦੇ ਵਿੱਚ ਹੋਈ। ਇਸੇ ਤਰ੍ਹਾਂ ਹਿੰਦੂ ਮਹਾਸਭਾ ਦੀ ਸਥਾਪਨਾ ਜਿਹੜੀ ਹੈ 1907 ਦੇ ਵਿੱਚ ਹੋਈ। ਇਹਨਾਂ ਨੂੰ ਤੁਸੀਂ ਨੋਟ ਕਰ ਲਿਓ, ਠੀਕ ਹੈ, ਕਾਪੀ ਦੇ ਵਿੱਚ। ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਦੇ ਦਲ ਇਹ ਜਿਵੇਂ ਕਿ 1964 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਆਈ, ਠੀਕ ਹੈ, ਉਸ ਦੇ ਵੀ 2 ਹਿੱਸੇ ਹੋਏ। ਉਸ ਤੋਂ ਬਾਅਦ ਲੋਕ ਦਲ ਸਥਾਪਿਤ ਕੀਤਾ ਗਿਆ। ਤਾਂ ਇਸ ਤਰ੍ਹਾਂ ਦੇ ਰਾਜਨੀਤਿਕ ਦਲ ਜਿਹੜੇ ਨੇ ਹੋਂਦ ਦੇ ਵਿੱਚ ਆਏ ਸੀ। ਕੁਛ ਵੋਟਾਂ ਆਜ਼ਾਦੀ ਤੋਂ ਪਹਿਲਾਂ ਆਏ ਸੀ, ਕੁਛ ਆਜ਼ਾਦੀ ਤੋਂ ਬਾਅਦ ਆਏ ਸੀ, ਠੀਕ ਹੈ। ਕੌਮੀ ਪੱਧਰ 'ਤੇ ਜੇ ਗੱਲ ਕਰੀਏ ਨੈਸ਼ਨਲ ਲੈਵਲ ਦੇ ਰਾਜਨੀਤਿਕ ਦਲ ਤਾਂ ਸਭ ਤੋਂ ਇੰਪੋਰਟੈਂਟ ਹੈ ਇੰਡੀਅਨ ਨੈਸ਼ਨਲ ਕਾਂਗਰਸ, ਠੀਕ ਹੈ, INC, ਇੰਡੀਅਨ ਨੈਸ਼ਨਲ ਕਾਂਗਰਸ। ਤਾਂ ਇਸ ਦਾ ਇਤਿਹਾਸ ਬਹੁਤ ਹੀ ਵੱਡਾ ਇਤਿਹਾਸ ਰਿਹਾ ਹੈ। 28 ਦਸੰਬਰ 1885 ਨੂੰ ਇਸ ਦੀ ਸਥਾਪਨਾ ਬ੍ਰਿਟਿਸ਼ ਅਧਿਕਾਰੀ ਸਰ A.O. ਹਿਊਮ ਦੇ ਦੁਆਰਾ ਜਿਹੜੀ ਆ ਉਹ ਕੀਤੀ ਗਈ ਸੀ ਸਥਾਪਨਾ। ਓਕੇ। ਤਾਂ ਇਸ ਦਲ ਦੀ ਵਿਚਾਰਧਾਰਾ ਕੀ ਹੈ, ਲੋਕਤੰਤਰ ਅਤੇ ਧਰਮ ਨਿਰਪੱਖਤਾ ਵਿੱਚ ਇਸ ਦਾ ਦ੍ਰਿੜ ਵਿਸ਼ਵਾਸ ਹੈ। ਪਰ ਜਿਹੜਾ ਵਿਸ਼ਵਾਸ ਹੈ ਲੋਕਤੰਤਰ ਅਤੇ ਧਰਮ ਨਿਰਪੱਖਤਾ ਹੈ, ਪੰਡਿਤ ਨਹਿਰੂ ਨੇ ਕਾਂਗਰਸ ਨੂੰ ਸਮਾਜਵਾਦੀ ਵਿਚਾਰਾਂ 'ਤੇ ਆਧਾਰਿਤ ਕਰਨ ਦਾ ਯਤਨ ਕੀਤਾ ਅਤੇ ਇੰਦਰਾ ਗਾਂਧੀ ਦੇ ਦੁਆਰਾ 92ਵੀਂ ਸੰਵਿਧਾਨਕ ਸੋਧ ਦੇ ਰਾਹੀਂ ਸਮਾਜਵਾਦ ਦੀ ਸਥਾਪਨਾ ਕਰਨ ਦਾ ਟੀਚਾ ਦੇਸ਼ ਦੇ ਸਾਹਮਣੇ ਰੱਖਿਆ ਗਿਆ ਇਸ ਰਾਜਨੀਤਿਕ ਦਲ ਦੇ ਦੁਆਰਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਦੁਆਰਾ। ਓਕੇ। ਉਸ ਤੋਂ ਬਾਅਦ ਹੈ ਬੀਜੇਪੀ ਦੀ ਗੱਲ ਕਰੀਏ ਤਾਂ 21 ਅਕਤੂਬਰ 1951 ਨੂੰ ਪ੍ਰਸਿੱਧ ਨੇਤਾ ਦਿੱਲੀ ਵਿਖੇ ਇਕੱਠੇ ਹੋਏ। ਉਹਨਾਂ ਦੇ ਸੰਮੇਲਨ ਤੋਂ ਬਾਅਦ ਹਿੰਦੂ ਮਹਾਸਭਾ ਵਿੱਚ ਜਨਸੰਘ ਹੋਂਦ ਵਿੱਚ ਆਇਆ ਅਤੇ 6 ਅਪ੍ਰੈਲ 1980 ਨੂੰ BJP ਨਾਂ ਦਾ ਇੱਕ ਵੱਖਰਾ ਰਾਜਨੀਤਿਕ ਦਲ ਹੋਂਦ ਦੇ ਵਿੱਚ ਆ ਗਿਆ ਸੀ, ਜਿਸ ਦਾ ਮੇਨ ਜਿਹੜਾ ਲੀਡਰ ਸੀ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਸੀ। ਕਦੋਂ? 6 ਅਪ੍ਰੈਲ 1980 ਨੂੰ, ਠੀਕ ਹੈ। ਭਾਰਤੀ ਜਨਤਾ ਪਾਰਟੀ ਦਾ ਝੰਡਾ ਹਰੇ ਅਤੇ ਕੇਸਰੀ ਰੰਗ ਵਿੱਚ 1:2 ਦੇ ਨਾਲ ਦਾ ਹੈ ਅਤੇ ਝੰਡੇ ਦੇ ਉੱਪਰਲੇ ਹਿੱਸੇ ਦੇ ਵਿੱਚ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਨੀਲੇ ਰੰਗ ਦੇ ਵਿੱਚ ਅੰਕਿਤ ਕੀਤਾ ਗਿਆ ਹੈ। ਇਹ ਸਾਰਿਆਂ ਨੇ ਤੁਸੀਂ ਜਿਹੜਾ ਦੇਖਿਆ ਹੋਊਗਾ। ਓਕੇ।
ਤਾਂ ਇਹ ਭਾਰਤੀ ਜਨਤਾ ਪਾਰਟੀ ਬਾਰੇ ਦੱਸਿਆ ਗਿਆ। ਉਸ ਤੋਂ ਬਾਅਦ ਹੈ ਭਾਰਤੀ ਕਮਿਊਨਿਸਟ ਪਾਰਟੀ। ਇਸ ਦੇ ਵਿੱਚ ਜੇ ਗੱਲ ਕਰੀਏ 1924 ਦੇ ਵਿੱਚ ਕਾਨਪੁਰ ਦੇ ਵਿੱਚ ਇੱਕ ਸੰਮੇਲਨ ਕੀਤਾ ਗਿਆ ਸੀ ਤੇ ਮਨਵਿੰਦਰ ਨਾਥ ਰਾਏ ਦੀ ਅਗਵਾਈ ਹੇਠ ਜਿਹੜੀ ਹੈ ਇਸ ਪਾਰਟੀ ਦੀ ਸਥਾਪਨਾ ਕੀਤੀ ਗਈ ਹੈ। ਵੈਸੇ ਇੰਪੋਰਟੈਂਟ ਨਹੀਂ ਹੈਗੇ, ਲੇਕਿਨ ਫਿਰ ਵੀ ਤੁਸੀਂ ਜਿਹੜਾ ਦੇਖੋ ਐਗਜ਼ਾਮੀਨਰ ਦੇ ਮੂਡ ਤੇ ਡਿਪੈਂਡ ਹੈ। ਕੁਐਸਚਨ ਸੌਖਾ ਵੀ ਪੁੱਛ ਸਕਦਾ, ਔਖਾ ਵੀ ਪੁੱਛ ਸਕਦਾ ਹੈ, ਕਾफ़ी ज़्यादा ਡੀਪ 'ਚ ਵੀ ਪੁੱਛ ਸਕਦਾ ਹੈ। ਤਾਂ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਵਧੀਆ ਤਰੀਕੇ ਨਾਲ ਕਵਰ ਰੱਖੋ। ਠੀਕ ਹੈ, ਮੈਂ ਆਪਣਾ ਐਗਜ਼ਾਮ ਓਰੀਐਂਟਡ ਸਿਲੇਬਸ ਕਵਰ ਕਰਾ ਰਹੀ ਹਾਂ, ਤੁਸੀਂ ਵੀ ਜਿਹੜਾ ਉਸ ਅਕੋਰਡਿੰਗ ਜਿਹੜਾ ਸਿਲੇਬਸ ਆਪਣਾ ਕਵਰ ਕਰ ਲਿਓ। ਉਸ ਤੋਂ ਬਾਅਦ ਹੈ ਭਾਰਤੀ ਕਮਿਊਨਿਸਟ ਪਾਰਟੀ, ਯਾਨੀ ਕਿ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ। ਤਾਂ ਇਹ ਜਿਹੜੀ ਪਾਰਟੀ ਹੈ 1964 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਹੀ ਰਿਜ਼ਲਟ ਹੈ। ਠੀਕ ਹੈ, 1964 ਦੇ ਵਿੱਚ ਜਿਹੜੀ ਹੈ ਕਮਿਊਨਿਸਟ ਪਾਰਟੀ ਦੇ ਵਿੱਚ ਫੁੱਟ ਪੈ ਗਈ ਸੀ, ਯਾਨੀ ਕਿ ਵੰਡ ਹੋ ਗਈ ਸੀ। ਉਸ ਤੋਂ ਬਾਅਦ ਜਿਹੜੀ ਹੈ ਇਸ ਪਾਰਟੀ ਦੀ ਜਿਹੜੀ ਹੈ ਹੋਂਦ ਹੈ ਉਹ ਹਾਈ ਸੀ, ਹੋਂਦ ਜਿਹੜੀ ਹੈ ਉਹ ਪੈਦਾ ਹੋਈ ਸੀ। ਉਸ ਤੋਂ ਬਾਅਦ ਇਸ ਦਾ ਜਿਹੜਾ ਮੇਨ ਉਦੇਸ਼ ਹੈ ਇਹੀ ਹੈ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ, ਦੇਸ਼ ਦੀ ਸੁਰੱਖਿਆ, ਉਦਯੋਗ, ਮਜ਼ਦੂਰਾਂ, ਇਹਨਾਂ ਸਾਰਿਆਂ ਦੇ ਜਿਹੜੇ ਨੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇਹ ਪਾਰਟੀ ਜਿਹੜੀ ਹੈ ਵਚਨਬੱਧ ਹੈ। ਉਸ ਤੋਂ ਬਾਅਦ ਹੈ ਜਿਹਦੇ ਕੋਲ ਜਨਤਾ ਦਲ। 11 ਅਕਤੂਬਰ 1988 ਨੂੰ ਬੰਗਲੌਰ ਵਿਖੇ ਇੱਕ ਨਵੇਂ ਜਨਤਾ ਦਲ ਦੀ ਸਥਾਪਨਾ ਕੀਤੀ ਗਈ। VP ਸਿੰਘ ਨੂੰ ਜਨਤਾ ਦਲ ਦਾ ਪ੍ਰਧਾਨ ਜਿਹੜਾ ਉਹ ਨਿਯੁਕਤ ਕੀਤਾ ਗਿਆ ਸੀ। ਠੀਕ ਹੈ, ਇਹ ਵੀ ਯਾਦ ਰੱਖਿਓ। ਅੱਗੇ ਆਪਣੇ ਕੋਲ ਹੈਗਾ ਹੈ ਜੀ ਖੇਤਰੀ ਦਲ, ਯਾਨੀ ਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ 1920 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦੇ ਯਤਨਾਂ ਦੇ ਨਾਲ ਜਿਹੜੀ ਹੈ ਇਸ ਦੀ ਸਥਾਪਨਾ ਹੋਈ ਹੈ। 1952 ਵਿੱਚ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਦੇ ਵਿੱਚ ਸ਼੍ਰੋਮਣੀ ਦਲ ਨੇ ਇੱਕ ਸੰਯੁਕਤ ਦਲ ਦੇ ਰੂਪ ਦੇ ਵਿੱਚ ਭਾਗ ਲਿਆ ਸੀ ਅਤੇ ਪੰਜਾਬ ਅਤੇ ਪੈਪਸੂ ਰਾਜਾਂ ਦੇ ਵਿੱਚ ਇਸ ਦੀ ਮਹੱਤਵਪੂਰਨ ਜਿੱਤਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਸੀ। ਉਸ ਤੋਂ ਬਾਅਦ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬ ਰਾਜ ਦਾ ਪੁਨਰਗਠਨ ਕੀਤਾ ਗਿਆ। ਵੈਰੀ ਇੰਪੋਰਟੈਂਟ, 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ, ਯਾਨੀ ਕਿ ਪੰਜਾਬ ਡੇ। 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਹੀ, ਕਿਹੜੀ ਚੀਜ਼ ਤੇ? ਲੈਂਗੁਏਜ ਦੇ ਆਧਾਰ ਤੇ। ਕੁਐਸਚਨ ਆ ਸਕਦਾ ਕਿ ਪੰਜਾਬ ਜਿਹੜਾ ਹੈ ਉਹ ਪੈਦਾ ਕਿਸ ਚੀਜ਼ ਤੇ ਡਿਪੈਂਡ ਹੈ, ਵੀ ਕਦੋਂ ਜਦੋਂ ਪੈਦਾ ਹੋਇਆ ਸੀ, ਕਿਹੜੀ ਚੀਜ਼ ਦੇ ਆਧਾਰ ਤੇ ਡਿਪੈਂਡ ਹੋਇਆ ਸੀ, ਤੇ ਭਾਸ਼ਾ ਦੇ ਹੋਇਆ ਸੀ। ਪੰਜਾਬੀ ਭਾਸ਼ਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੀ ਬੋਲੀ ਜਾਂਦੀ ਹੈ, ਇਸੇ ਲਈ ਇਹ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਕਿ ਭਾਸ਼ਾ ਦੇ ਆਧਾਰ ਤੇ 1 ਨਵੰਬਰ 1966 ਨੂੰ ਪੰਜਾਬ ਦਾ ਪੁਨਰਗਠਨ ਹੋਇਆ। ਉਸ ਤੋਂ ਬਾਅਦ ਮੂਲ ਮੰਤਵ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੇ ਉਦੇਸ਼ ਦੱਸੇ ਗਏ ਨੇ। ਠੀਕ ਹੈ, ਉਹਨਾਂ ਦੀਆਂ ਨੀਤੀਆਂ ਕੀ ਨੇ, ਕਿਹੜੀ ਨੀਤੀ ਦੇ ਅਕੋਰਡਿੰਗ ਕਿਸ ਤਰ੍ਹਾਂ ਕੰਮ ਕਰਦੇ ਨੇ, ਉਹ ਤੁਸੀਂ ਜਿਹੜਾ ਹੈ ਉਹ ਪੜ੍ਹ ਲੈਣਾ। ਇੱਕ ਪੁਆਇੰਟ ਹੋਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਬਾਨੀ ਹੈ। ਠੀਕ ਹੈ, ਹਰੀ ਕ੍ਰਾਂਤੀ ਜਿਹੜੀ ਆ ਆਈ ਸੀ, ਉਸ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਾਫੀ ਜ਼ਿਆਦਾ ਜਿਹੜਾ ਯੋਗਦਾਨ ਰਿਹਾ ਹੈ। ਖੇਤੀਬਾੜੀ ਨੂੰ ਵਿਗਿਆਨਿਕ ਢੰਗਾਂ 'ਤੇ ਆਧਾਰਿਤ ਕਰਨ, ਉਪਜ ਵਧਾਉਣ, ਕਿਸਾਨਾਂ ਨੂੰ ਜਿਹੜਾ ਉਚਿਤ ਕੀਮਤਾਂ ਨਿਸ਼ਚਿਤ ਕਰਨ ਤੇ ਦਿਵਾਉਣ ਦੇ ਵਿੱਚ ਜਿਹੜੀ ਹੈ ਸੰਭਵ ਸਹਾਇਤਾ ਕਰਨੀ, ਇਸ ਦਾ ਮੁੱਖ ਟੀਚਾ ਸੀ ਸ਼੍ਰੋਮਣੀ ਅਕਾਲੀ ਦਲ ਦਾ। ਠੀਕ ਹੈ, ਪੇਂਡੂ ਇਲਾਕਿਆਂ ਦੇ ਕਮਜ਼ੋਰ ਵਰਗਾਂ, ਬੇਜ਼ਮੀਨ ਮੁਜ਼ਾਹਰਿਆਂ ਤੇ ਮਜ਼ਦੂਰਾਂ, ਗਰੀਬਾਂ ਤੇ ਮੱਧ ਸ਼੍ਰੇਣੀ ਦੇ ਕਿਸਾਨਾਂ ਦੀ ਸਹਾਇਤਾ ਕਰਨੀ, ਇਹ ਇਸ ਦਲ ਦੀ ਜਿਹੜੀ ਹੈ ਉਹ ਨੀਤੀ ਸੀ। ਓਕੇ, ਤਾਂ ਇਸ ਤਰ੍ਹਾਂ ਹਰੀ ਕ੍ਰਾਂਤੀ ਦੇ ਵਿੱਚ ਵੱਡਾ ਯੋਗਦਾਨ ਕਿਹੜੀ ਪਾਰਟੀ ਦਾ ਰਿਹਾ? ਉਹ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਦਾ। ਉਸ ਤੋਂ ਬਾਅਦ ਹੈ ਵਿਰੋਧੀ ਦਲ ਦੀ ਭੂਮਿਕਾ। ਵਿਰੋਧੀ ਦਲ ਕੀ ਹੁੰਦੇ ਨੇ? ਦੇਖੋ, ਜਿਸ ਤਰ੍ਹਾਂ ਕਿ ਸਰਕਾਰ ਕੰਮ ਨਹੀਂ ਕਰ ਰਹੀ ਹੈਗੀ ਵਧੀਆ, ਤਾਂ ਇੱਕ ਵਿਰੋਧੀ ਦਲ ਦੀ ਜਿਹੜੀ ਹੈ ਉਹ ਸਥਾਪਨਾ ਹੁੰਦੀ ਹੈ। ਉਹ ਜਿਹੜੇ ਨੇ ਸਰਕਾਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇ ਲਈ ਮਜਬੂਰ ਕਰਦੇ ਨੇ। ਠੀਕ ਹੈ, ਸਰਕਾਰ ਦੀ ਆਲੋਚਨਾ ਕਰਦੇ ਨੇ, ਸਿੰਪਲ ਜਿਹੇ ਤਰੀਕੇ ਦੀ ਗੱਲ ਕਰੀਏ। ਲੇਕਿਨ ਜੇਕਰ ਸਹਿਯੋਗ ਦੀ ਲੋੜ ਪਵੇ ਤਾਂ ਸਹਿਯੋਗ ਵੀ ਕਰਦੇ ਨੇ। ਠੀਕ ਹੈ, ਚਾਹੇ ਰਾਸ਼ਟਰੀ ਮਾਮਲਿਆਂ 'ਤੇ ਹੋਵੇ, ਜਿਸ ਤਰ੍ਹਾਂ ਵੀ ਹੋਵੇ ਸਹਿਯੋਗ ਵੀ ਕੀਤਾ ਜਾਂਦਾ ਹੈ। ਠੀਕ ਹੈ, ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਨੇ, ਯਾਨੀ ਕਿ ਮੰਨ ਲਓ ਸਰਕਾਰ ਸਹੀ ਕੰਮ ਨਹੀਂ ਕਰ ਰਹੀ ਤਾਂ ਉਹ ਲੋਕਾਂ ਨੂੰ ਸਿੱਖਿਆ ਦੇਣਗੇ ਕਿ ਤੁਹਾਡੇ ਖਿਲਾਫ ਇਹ ਚੀਜ਼ ਕੀਤੀ ਜਾ ਰਹੀ ਹੈ, ਇਹ ਨੀਤੀ ਦੇ ਇੰਨੇ ਕੁ ਫਾਇਦੇ ਨੇ, ਇੰਨੇ ਕੁ ਨੁਕਸਾਨ ਨੇ, ਇਹ ਜਿਹੜਾ ਦੱਸਿਆ ਜਾਂਦਾ ਹੈ। ਉਸ ਤੋਂ ਬਾਅਦ ਲੋਕ ਮਤ ਦਾ ਨਿਰਮਾਣ ਕੀਤਾ ਜਾਂਦਾ ਹੈ। ਸਰਕਾਰ ਨੂੰ ਨਿਰੰਕੁਸ਼ ਯਾਨੀ ਕਿ ਸਵਾਰਥੀ ਬਣਾਉਣ ਤੋਂ ਜਿਹੜਾ ਰੋਕਿਆ ਜਾਂਦਾ ਹੈ। ਸੱਤਾ ਦਾ ਦੁਰਉਪਯੋਗ ਕਰਨ ਦੇ ਵਿੱਚ ਜਿਹੜਾ ਕੌਣ ਰੋਕਦਾ ਹੈ? ਵਿਰੋਧੀ ਦਲ ਰੋਕਦੇ ਨੇ। ਠੀਕ ਹੈ, ਜਨਤਕ ਸ਼ਿਕਾਇਤਾਂ ਨੂੰ ਜਿਹੜਾ ਹੈ, ਜਨਤਾ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ। ਵਿਧਾਨਿਕ ਕੰਮਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਮੇਨ ਭੂਮਿਕਾ ਹੁੰਦੀ ਹੈ। ਬਦਲਵੀਂ ਸਰਕਾਰ ਦਾ ਪ੍ਰਬੰਧ ਵੀ ਵਿਰੋਧੀ ਦਲ ਦੁਆਰਾ ਹੀ ਜਿਹੜਾ ਉਹ ਕੀਤਾ ਜਾਂਦਾ ਹੈ। ਜਿਹੜਾ ਇਹ ਪ੍ਰਬੰਧ ਹੈ, ਬਦਲਵੀਂ ਸਰਕਾਰ ਦਾ ਪ੍ਰਬੰਧ ਵੀ ਵਿਰੋਧੀ ਦਲ ਦੇ ਦੁਆਰਾ ਹੀ ਕੀਤਾ ਜਾਂਦਾ ਹੈ। ਰਾਜਨੀਤਿਕ ਸੰਕਟ ਆਉਣ ਜਾਂ ਸ਼ਾਸਕ ਦਲ ਦੁਆਰਾ ਤਿਆਗ ਪੱਤਰ ਦੇਣ ਕਾਰਨ ਬਦਲਵੀਂ ਸਰਕਾਰ ਦਾ ਨਿਰਮਾਣ ਕਰਨ ਦੀ ਜਿਹੜੀ ਭੂਮਿਕਾ ਹੈ, ਉਸ ਦੇ ਵਿੱਚ ਵਿਰੋਧੀ ਦਲ ਦੀ ਕਾਫੀ ਜ਼ਿਆਦਾ ਜਿਹੜਾ ਯੋਗਦਾਨ ਹੁੰਦਾ ਹੈ। ਜਦੋਂ ਸੱਤਾਧਾਰੀ ਦਲ ਆਪਣਾ ਬਹੁਮਤ ਗਵਾ ਬੈਠੇ ਤਾਂ ਉਸ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਰਾਜ ਦਾ ਮੁਖੀ ਜਿਹੜਾ ਵਿਰੋਧੀ ਧਿਰ ਦੇ ਨੇਤਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਾ ਹੈ। ਜੇਕਰ ਵਿਰੋਧੀ ਦਲ ਦਾ ਨੇਤਾ ਬਹੁਮਤ ਹਾਸਲ ਕਰ ਲਵੇ ਤਾਂ ਉਹ ਸਰਕਾਰ ਜਿਹੜਾ ਉਹ ਬਣਾ ਲੈਂਦਾ ਹੈ। ਤਾਂ ਇਸ ਤਰ੍ਹਾਂ ਨਵੀਆਂ ਚੋਣਾਂ ਕਰਵਾ ਕੇ ਵੀ ਨਵੀਂ ਸਰਕਾਰ ਜਿਹੜੀ ਹੈ ਉਹ ਬਣਾਈ ਜਾਂਦੀ ਹੈ। ਤਾਂ ਇਸ ਤਰ੍ਹਾਂ ਵਿਰੋਧੀ ਦਲ ਦੀ ਵੀ ਕਾਫੀ ਜ਼ਿਆਦਾ ਭੂਮਿਕਾ ਜਿਹੜੀ ਆਪਣੀ ਸਰਕਾਰ ਦੇ ਵਿੱਚ ਹੁੰਦੀ ਹੈ। ਤਾਂ ਇਹ ਸੀਗਾ ਜੀ ਅੱਜ ਦਾ ਚੈਪਟਰ। ਪਤਾ ਲੱਗ ਗਿਆ ਹੋਵੇਗਾ ਕਿ ਭਾਰਤੀ ਲੋਕਤੰਤਰ ਕੀ ਹੈ, ਕਿਸ ਤਰ੍ਹਾਂ ਲੋਕਤੰਤਰੀ ਸਰਕਾਰ ਜਿਹੜੀ ਆ ਉਹ ਚਲਾਈ ਜਾਂਦੀ ਹੈ। ਹੁਣ ਆਪਾਂ ਇਸ ਦੇ MCQ ਸੋਲਵ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਕਿ ਲੋਕਤੰਤਰ ਦੇ ਕਿੰਨੇ ਰੂਪ ਹੁੰਦੇ ਨੇ? ਤਾਂ ਲੋਕਤੰਤਰ ਦੇ 2 ਰੂਪ ਹੁੰਦੇ ਨੇ, ਪ੍ਰਤੱਖ ਲੋਕਤੰਤਰ ਤੇ ਅਪ੍ਰਤੱਖ ਲੋਕਤੰਤਰ। ਠੀਕ ਹੈ, ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਡੈਮੋਕ੍ਰੇਸੀ ਸ਼ਬਦ ਭਾਸ਼ਾ ਕਿਹੜੇ ਸ਼ਬਦ ਤੋਂ ਲਿਆ ਗਿਆ ਹੈ?
ਕਿਹੜੀ ਭਾਸ਼ਾ ਤੋਂ ਲਿਆ ਗਿਆ। ਨੈਕਸਟ ਕੁਐਸਚਨ ਹੈ ਡੈਮੋਕ੍ਰੇਸੀ ਸ਼ਬਦ ਕਿਸ ਭਾਸ਼ਾ ਤੋਂ ਬਣਿਆ ਹੈ। ਤਾਂ ਇਹ ਭਾਸ਼ਾ ਜੀ ਗ੍ਰੀਕ ਭਾਸ਼ਾ, ਠੀਕ ਹੈ, ਲਾਤੀਨੀ ਭਾਸ਼ਾ ਤੋਂ ਇਹ ਸ਼ਬਦ ਜਿਹੜਾ ਉਹ ਲਿਆ ਗਿਆ। ਆਪਸ਼ਨ ਨੰਬਰ ਏ ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ। ਤਾਂ 1952 ਦੇ ਵਿੱਚ ਸਭ ਤੋਂ ਪਹਿਲੀ ਚੋਣਾਂ ਜਿਹੜੀਆਂ ਨੇ ਉਹ ਹੋਈਆਂ ਸੀਗੀਆਂ ਭਾਰਤ ਦੇ ਵਿੱਚ 1952 ਦੇ ਵਿੱਚ। ਨੈਕਸਟ ਕੁਐਸਚਨ ਹੈ ਲੋਕਤੰਤਰੀ ਰਾਜ ਵਿੱਚ ਕਿੰਨੀਆਂ ਪ੍ਰਮੁੱਖ ਚੋਣ ਪ੍ਰਣਾਲੀਆਂ ਹੁੰਦੀਆਂ ਨੇ। ਤਾਂ 2 ਹੁੰਦੀਆਂ ਨੇ ਜੀ, ਪ੍ਰਤੱਖ ਅਤੇ ਅਪ੍ਰਤੱਖ। ਭਾਰਤ ਵਿੱਚ ਅਪ੍ਰਤੱਖ ਚੋਣ ਪ੍ਰਣਾਲੀ ਨਾਲ ਕਿਸ ਦੀ ਚੋਣ ਹੁੰਦੀ ਹੈ। ਤਾਂ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਅਪ੍ਰਤੱਖ ਰਾਹੀਂ ਹੁੰਦੀ ਹੈ, ਠੀਕ ਹੈ। ਪਹਿਲਾਂ ਜਿਹੜੇ ਜਨਤਾ ਹੈ ਉਹ ਪ੍ਰਤੀਨਿਧਾਂ ਨੂੰ ਚੁਣਦੀ ਹੈ, ਪ੍ਰਤੀਨਿਧਾਂ ਦੇ ਦੁਆਰਾ ਜਿਹੜਾ ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈ ਭਾਰਤ ਵਿੱਚ ਚੋਣ ਪ੍ਰਬੰਧ ਕੌਣ ਕਰਦਾ ਹੈ। ਵੈਰੀ ਇੰਪੋਰਟੈਂਟ, ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਹ ਜਿਹੜਾ ਪ੍ਰਬੰਧ ਕਰਦਾ ਹੈ ਜੀ ਚੋਣ ਆਯੋਗ ਕਰਦਾ ਹੈ। ਆਪਸ਼ਨ ਨੰਬਰ ਬੀ ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਨਾਮ ਹੈ। ਦੇਖੋ ਜਦੋਂ ਮੈਂ ਕੁਐਸਚਨ ਬੋਲਦੀ ਹਾਂ ਤੁਸੀਂ ਵੀਡੀਓ ਨੂੰ ਰੋਕ ਕੇ ਇੱਕ ਵਾਰੀ 4 ਆਪਸ਼ਨ ਦੇਖ ਕੇ ਆਪਣਾ ਆਨਸਰ ਸੋਚ ਲਿਆ ਕਰੋ ਅਤੇ ਉਸ ਤੋਂ ਬਾਅਦ ਸਹੀ ਆਨਸਰ ਜਿਹੜਾ ਮੈਚ ਕਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਕਿੰਨੇ ਕੁ ਆਨਸਰ ਜਿਹੜੇ ਨੇ ਉਹ ਸਹੀ ਹੋਏ ਨੇ। ਨੈਕਸਟ ਕੁਐਸਚਨ ਹੈ ਨਾਮਜ਼ਦਗੀ ਫਾਰਮ ਕਿਸ ਕੋਲ ਪੇਸ਼ ਕੀਤੇ ਜਾਂਦੇ ਨੇ। ਤਾਂ ਇਹ ਪੇਸ਼ ਕੀਤੇ ਜਾਂਦੇ ਨੇ ਜੀ ਰਿਟਰਨਿੰਗ ਅਫਸਰ ਕੋਲ, ਠੀਕ ਹੈ। ਆਪਸ਼ਨ ਨੰਬਰ ਏ ਇਸ ਦਾ ਸਹੀ ਆਨਸਰ ਹੈ। ਨੈਕਸਟ ਹੈ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੌਣ ਕਰਦੇ ਨੇ। ਅਤੇ ਇਹ ਕਰਦੇ ਨੇ ਜੀ ਵਿਧਾਨ ਸਭਾ ਦੇ ਮੈਂਬਰ। ਆਪਸ਼ਨ ਨੰਬਰ ਡੀ ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਭਾਰਤ ਵਿੱਚ ਹੁਣ ਤੱਕ ਕਿੰਨੀ ਵਾਰ ਆਮ ਚੋਣਾਂ ਹੋ ਚੁੱਕੀਆਂ ਨੇ। ਤਾਂ 17 ਵਾਰ ਹੋ ਚੁੱਕੀਆਂ ਨੇ ਜੀ, ਠੀਕ ਹੈ। 1952 ਦੇ ਵਿੱਚ ਪਹਿਲੀ ਵਾਰ ਹੋਈ ਸੀ। ਉਸ ਤੋਂ ਬਾਅਦ ਹੈ ਲੋਕਤੰਤਰ ਲੋਕਾਂ ਦਾ ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸਨ ਹੁੰਦਾ। ਇਹ ਸ਼ਬਦ ਕਿਸ ਨੇ ਕਹੇ। ਤਾਂ ਇਹ ਕਹੇ ਸੀ ਜੀ ਇਬਰਾਹਮ ਲਿੰਕਨ ਨੇ, ਠੀਕ ਹੈ। ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ। ਇਬਰਾਹਮ ਲਿੰਕਨ ਨੇ ਕਹੇ ਸੀ। ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਕੀ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਹੈਗਾ ਜੀ ਹੱਥ, ਠੀਕ ਹੈ, ਯਾਨੀ ਕਿ ਪੰਜਾ। ਨੈਕਸਟ ਕੁਐਸਚਨ ਹੈ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ। ਤਾਂ ਇਹਨਾਂ ਦਾ ਚੋਣ ਨਿਸ਼ਾਨ ਹੈਗਾ ਜੀ ਕਮਲ ਦਾ ਫੁੱਲ। ਚੋਣ ਮੁਹਿੰਮ ਮਤਦਾਨ ਤੋਂ ਕਿੰਨਾ ਸਮਾਂ ਪਹਿਲਾਂ ਖਤਮ ਹੁੰਦੀ ਹੈ। ਦੇਖੋ ਮੈਂ ਤੁਹਾਨੂੰ ਸਮਝਾਇਆ ਸੀ ਨਾ ਕਿ 48 ਘੰਟੇ ਪਹਿਲਾਂ ਜਿਹੜੀ ਹੈ ਮੁਹਿੰਮ ਬੰਦ ਕਰ ਦਿੱਤੀ ਜਾਂਦੀ ਹੈ। ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਹੋਇਆ। ਤਾਂ ਇਹਦਾ ਸਹੀ ਆਨਸਰ ਹੈ ਜੀ 1885 ਈਸਵੀ ਦੇ ਵਿੱਚ ਮਿਸਟਰ ਏ.ਓ. ਹਿਊਮ ਦੀ ਜਿਹੜੀ ਅਗਵਾਈ ਦੇ ਹੇਠ ਜਿਹੜਾ ਇਸ ਦਾ ਜਨਮ ਹੋਇਆ ਸੀ। ਨੈਕਸਟ ਕੁਐਸਚਨ ਹੈ ਮੁਸਲਿਮ ਲੀਗ ਪਾਰਟੀ ਦੀ ਸਥਾਪਨਾ ਕਦੋਂ ਹੋਈ। ਤਾਂ 1906 ਦੇ ਵਿੱਚ ਹੋਈ ਸੀ ਜੀ। ਵੈਰੀ ਇੰਪੋਰਟੈਂਟ, ਠੀਕ ਹੈ। ਮੁਸਲਿਮ ਲੀਗ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ। ਨੈਕਸਟ ਕੁਐਸਚਨ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਪਹਿਲੇ ਪ੍ਰਧਾਨ ਕੌਣ ਸਨ। ਤਾਂ ਇਹ ਹੈਗੇ ਸੀ ਜੀ ਅਟਲ ਬਿਹਾਰੀ ਵਾਜਪਾਈ। ਅਟਲ ਬਿਹਾਰੀ ਵਾਜਪਾਈ ਜਿਹੜੇ ਇਸ ਦੇ ਪਹਿਲੇ ਪ੍ਰਧਾਨ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ। 1920 ਦੇ ਵਿੱਚ ਹੋਈ। ਮਾਸਟਰ ਤਾਰਾ ਸਿੰਘ ਤੇ ਖੜਕ ਸਿੰਘ ਦੇ ਇਹਨਾਂ ਦੇ ਦੁਆਰਾ ਹੀ ਸ਼੍ਰੋਮਣੀ ਅਕਾਲੀ ਦੀ ਜਿਹੜੀ ਹੈ ਸਥਾਪਨਾ ਹੋਈ ਸੀ 1920 ਦੇ ਵਿੱਚ। ਨੈਕਸਟ ਕੁਐਸਚਨ ਹੈ ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ। ਤਾਂ 1 ਨਵੰਬਰ 1966 ਨੂੰ ਹੋਇਆ ਸੀ ਜੀ, ਠੀਕ ਹੈ। ਇੰਪੋਰਟੈਂਟ ਹੈ, ਦੇਖੋ 1 ਨਵੰਬਰ 1966 ਨੂੰ ਜਿਹੜਾ ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਹੋਇਆ। ਤੇ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਕਿ ਸਰਕਾਰ ਨੂੰ ਨਿਰੰਕੁਸ਼ ਬਣਾਉਣ ਤੋਂ ਰੋਕਣ ਦੇ ਲਈ ਕੌਣ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹਦਾ ਰਾਈਟ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ। ਪੁਲਿਸ ਨਿਭਾਉਂਦੀ ਹੈ, ਫੌਜ, ਵਿਰੋਧੀ ਦਲ ਜਾਂ ਕੋਈ ਨਹੀਂ। ਆਸਾਨ ਕੁਐਸਚਨ ਹੈ, ਜਿਹਨੇ ਪੂਰਾ ਚੈਪਟਰ ਡਿਟੇਲ ਦੇ ਵਿੱਚ ਕਵਰ ਕੀਤਾ ਹੈ ਲਾਸਟ ਤੱਕ, ਉਹਨੂੰ ਜਿਹੜਾ ਇਹਦਾ ਆਨਸਰ ਜਿਹੜਾ ਜ਼ਰੂਰ ਪਤਾ ਹੋਊਗਾ। ਤਾਂ ਇਹਦਾ ਸਹੀ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ ਸਰਕਾਰ ਨੂੰ ਗਲਤ ਕਰਨ ਤੋਂ ਜਾਂ ਨਿਰੰਕੁਸ਼ ਬਣਨ ਤੋਂ ਰੋਕਣ ਦੇ ਲਈ ਕੌਣ ਜਿਹੜਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ। ਤੇ ਇਸ ਦੇ ਨਾਲ ਹੀ ਦੇਖੋ ਇੱਕ ਕੁਐਸਚਨ ਨੰਬਰ 9 ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ। ਇਹ ਸ਼ਬਦ ਕਿਸ ਨੇ ਕਹੇ। ਤਾਂ ਇਹਦਾ ਜਿਹੜਾ ਆਨਸਰ ਹੈ ਉਹ ਮੈਂ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਿਨ ਕਰ ਦਾਂਗੀ, ਠੀਕ ਹੈ। ਕਨਫਰਮ ਨਹੀਂ ਹੈਗਾ ਕਿ ਇਹਨਾਂ 2 ਆਪਸ਼ਨ ਦੇ ਵਿੱਚੋਂ ਕਿਹੜਾ ਸਹੀ ਆਨਸਰ ਹੈ, ਤਾਂ ਉਹ ਮੈਂ ਤੁਹਾਨੂੰ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਪਿਨ ਕਰ ਦਾਂਗੀ। ਬਾਕੀ ਜੇਕਰ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਤੁਸੀਂ ਜਿਹੜਾ ਆਪਣਾ ਉੱਤਰ ਜਿਹੜਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਸਾਂਝਾ ਕਰਿਓ, ਠੀਕ ਹੈ। ਇੰਨੀ ਕੁ ਵੀਡੀਓ ਸੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਬਹੁਤ ਹੀ ਵਧੀਆ ਤਰੀਕੇ ਨਾਲ ਕਵਰ ਹੋਇਆ ਹੈ। ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ